ਯਾਤਰਾ ਕਰਦਿਆਂ ਹੋਇਆਂ ਗੁਰਸਿੱਖ ਪ੍ਰੇਮੀਆਂ ਨੂੰ ਸੱਚੇ ਪਾਤਸ਼ਾਹ ਜੀ ਦੀ ਯਾਦ, ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਛੋਹ ਇੱਕ ਅਸੀਮ ਜਿਹਾ ਸੁੱਖ ਬਖਸ਼ਿਸ਼ ਕਰਦੀ ਹੈ, ਜਿਹੜਾ ਸੁੱਖ ਪਦਾਰਥਾਂ ਨਾਲ ਨਹੀਂ ਮਿਲਦਾ, ਜਿਹੜਾ ਸੁੱਖ ਸਰੀਰਕ ਰਸਾਂ ਨਾਲ ਨਹੀਂ ਮਿਲਦਾ। ਗੁਰੂਦੇਵ ਦੀ ਯਾਦ ਹੀ ਐਸੀ ਹੈ ਕਿ ਜਿਸ ਵੀ ਪ੍ਰਾਣੀ ਨੂੰ ਮਹਾਰਾਜ ਜੀ ਦੀ ਯਾਦ ਆਉਂਦੀ ਹੈ, ਉਸ ਨੂੰ ਇਹ ਸੁੱਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੇ ਦਰਬਾਰੀ 52 ਕਵੀ ਹਜ਼ੂਰ ਨੂੰ ਵਾਹਿਗੁਰੂ ਸਰੂਪ ਕਰਕੇ ਸੰਬੋਧਨ ਕਰਦੇ ਹੈ ਕਿ ਨਿਰੰਕਾਰ ਨੇ ਆਪਣਾ ਸਰੀਰਕ ਜਾਮਾ ਧਾਰਨ ਕੀਤਾ ਏ। ਧੰਨ ਸੱਚੇ ਪਾਤਸ਼ਾਹ ਹਜ਼ੂਰ ਨੇ ਨਿਮਰਤਾ ਸਿਖਾਈ ਹੈ। ਜਦੋਂ ਮਹਾਰਾਜ ਜੀ ਨੇ ਇਹ ਵਾਕ ਕਹੇ ਸੀ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਮਹਾਰਾਜ ਤੁਹਾਨੂੰ ਕੀ ਆਖੀਏ? ਹਜ਼ੂਰ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਯਾ ਮੈਂ ਭੇਦਨ ਰੰਚ ਪਛਾਨੋ। ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਧੁਰ ਕੀ ਬਾਣੀ ਦੇ ਅੰਦਰ ਆਪ ਜੀ ਦੀ ਸਿੱਖਿਆ ਏ ਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ। ਮਹਾਰਾਜ ਆਪ ਹੁਣ ਕੀ ਆਪਣੇ ਸ੍ਰੀ ਮੁਖ ਤੋਂ ਐਸਾ ਕਹਿੰਦੇ ਹੋ? ਹਜ਼ੂਰ ਨੇ ਕਿਹਾ, ਠੀਕ ਹੈ ਭਾਈ ਦਇਆ ਸਿੰਘ, ਗੁਰਬਾਣੀ ਵਿੱਚ ਆਗਿਆ ਹੈ ਵੱਡਿਆਂ ਸਤਿਗੁਰਾਂ ਜੀ ਦੀ, ਗੁਰੂ ਤੇ ਪਰਮੇਸ਼ਰ ਵਿੱਚ ਭੇਦ ਨਹੀਂ, ਪਰ ਇਹ ਨਿਮਰਤਾ ਦੀ ਜਾਚ ਸਿਖਾਈ ਹੈ। ਸੱਚੇ ਪਾਤਸ਼ਾਹ ਹਜ਼ੂਰ ਦਾ ਜੀਵਨ ਬਿਰਤਾਂਤ ਪੜ੍ਹੀਏ। ਮਹਾਰਾਜ ਘੋੜੇ ਤੇ ਸਵਾਰ ਹੁੰਦਿਆਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਕਰਦੇ। ਸੱਚੇ ਪਾਤਸ਼ਾਹ ਗਰੀਬ ਨਵਾਜ ਤਾਂ ਇੰਨਾ ਆਪਣੇ ਖਾਲਸੇ ਨੂੰ ਵਡਿਆਇਆ ਏ। ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਮੇਰੇ ਘਰ ਵਿੱਚ ਜਿੰਨਾ ਕੁਝ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਸਭ ਕੁਝ ਮੇਰੇ ਖਾਲਸੇ ਦਾ ਏ। ਤੇ ਫਿਰ ਜਿਵੇਂ ਪਿਤਾ ਪੁੱਤਰ ਦੇ ਨਾਮ ਵਸੀਹਤ ਲਿਖ ਦਿੰਦਾ ਹੈ, ਮਹਾਰਾਜ ਜੀ ਨੇ ਆਪਣੇ ਖਾਲਸੇ ਦੇ ਨਾਮ ਨਾਲ ਆਪਣੀ ਸਾਰੀ ਵਸੀਹਤ ਲਿਖ ਦਿੱਤੀ ਹੈ। ਹਉ ਖਾਲਸੇ ਕਾ ਖਾਲਸਾ ਮੇਰੋ, ਮੈਂ ਖਾਲਸੇ ਦਾ ਹਾਂ ਤੇ ਖਾਲਸਾ ਮੇਰਾ। ਮੇਰੇ ਉੱਤੇ ਕਿਸੇ ਹੋਰ ਦਾ ਅਧਿਕਾਰ ਨਹੀਂ, ਮੇਰੇ ਖਾਲਸੇ ਦਾ ਅਧਿਕਾਰ ਹੈ ਮੇਰੇ ਤੇ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਜਿਉ ਸਾਗਰ ਬੰਦੇਰੋ। ਸਾਗਰ ਵਿੱਚ ਜਦੋਂ ਬੂੰਦ ਮਿਲ ਜਾਂਦੀ ਹੈ, ਫਿਰ ਬੂੰਦ ਨਹੀਂ ਰਹਿੰਦੀ, ਸਾਗਰ ਬਣ ਜਾਂਦੀ ਹੈ। ਐਸੇ ਸੱਚੇ ਪਾਤਸ਼ਾਹ ਅਵਿਨਾਸੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੂਨਾਂ ਵਿੱਚ ਭਟਕਦਿਆਂ ਹੋਇਆਂ ਨੂੰ ਮਹਾਰਾਜ ਜੀ ਨੇ ਅਮਰਾ ਪਦਵੀ ਦਿੱਤੀ। ਅਧੋਗਤੀ ਵਿੱਚ ਜਾਂਦੀ ਹੋਈ ਲੁਕਾਈ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਕੀਤਾ। ਖਾਲਸਾ ਸਾਜ ਕੇ ਇਹ ਨਹੀਂ ਕਿਹਾ ਕਿ ਕੌਮ ਦੀ ਸਿਰਜਣਾ ਮੈਂ ਕੀਤੀ ਹੈ। ਮਹਾਰਾਜ ਕਹਿੰਦੇ ਨੇ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫਿਰ ਮਹਾਰਾਜ ਜੀ ਤਾਂ ਤੁਸੀਂ ਪ੍ਰਕਾਸ਼ਿਤ ਕੀਤਾ ਹੈ ਨਾ ਖਾਲਸਾ। ਹਜ਼ੂਰ ਕਹਿੰਦੇ ਇਹ ਸਾਨੂੰ ਆਗਿਆ ਹੋਈ ਹੈ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਇਹ ਤਾਂ ਪੰਥ ਦੀ ਉਤਪਤੀ ਕੀਤੀ ਹੈ, ਸਾਨੂੰ ਆਗਿਆ ਅਕਾਲ ਪੁਰਖ ਵਾਹਿਗੁਰੂ ਦੀ। ਵਾਹਿਗੁਰੂ ਜੀ ਨੇ ਇਹ ਬਚਨ ਕਹੇ ਸੀ ਨਾ, ਜੋ ਮਹਾਰਾਜ ਆਪਣੀ ਰਸਨਾ ਤੋਂ ਕਹਿੰਦੇ ਹੈ ਅਕਾਲ ਪੁਰਖ ਬਾਚ। ਫਿਰ ਮਹਾਰਾਜ ਨਿਮਰਤਾ ਨਾਲ ਹਜ਼ੂਰ ਨੇ ਇਹ ਵਾਕ ਕਹੇ, ਇਸ ਕੀਟ ਪ੍ਰਤ
ਇਹ ਧੰਨ ਸੱਚੇ ਪਾਤਸ਼ਾਹ ਹਜੂਰ ਇੰਨੀ ਨਿਮਰਤਾ ਗਰੀਬ ਨਿਵਾਜ ਸਾਨੂੰ ਸਿਖਾਉਂਦੇ ਹੈ। ਤੇ ਉੱਥੇ ਹਜੂਰ ਨੇ ਕਿਹਾ ਕਿ ਵਾਹਿਗੁਰੂ ਜੀ ਨੇ ਸਾਨੂੰ ਫਿਰ ਇਹ ਬਚਨ ਕਹੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਾਹੇ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਐਸੇ ਮਰਦ ਅਗੰਬੜੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰ ਨੂੰ ਪਰਸਣ ਲਈ ਆਪ ਮਹਾਨ ਪਵਿੱਤਰ ਤਖਤ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਹਾਜ਼ਰੀਆਂ ਭਰ ਰਹੇ ਹੋ। ਸ਼ਾਮ ਦਾ ਦੀਵਾਨ ਹੈ। ਹਜੂਰ ਦੇ ਇਸ ਪਵਿੱਤਰ ਅਸਥਾਨ ਤੇ ਲੜੀਵਾਰ ਇਤਿਹਾਸ ਦੀ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਤਸੰਗੀ ਬੜੇ ਪਿਆਰ ਨਾਲ ਜੁੜ ਬੈਠੇ ਹੈ। ਇਹ ਜਿਨ੍ਹਾਂ ਨੂੰ ਚਸਕਾ ਲੱਗ ਜਾਂਦਾ ਹੈ ਨਾ ਇਸ ਕਥਾ ਦੇ ਸੁਣਨ ਦਾ, ਉਹ ਸਮੇਂ ਨੂੰ ਵੇਖ ਕੇ ਦੌੜੇ ਚਲੇ ਆਉਂਦੇ ਹੈ ਕਿ ਅੱਜ ਅੱਗੇ ਕੀ ਹੋਊਗਾ। ਇੱਕ ਅੱਖਾਂ ਦੇ ਸਾਹਮਣਿਓਂ ਦੀ ਜਿਵੇਂ ਸੀਨ ਲੰਘਦੇ ਹੈ, ਇਸ ਤਰ੍ਹਾਂ ਕਵਿਰਾਜ ਜੀ ਨੇ ਇਹ ਕਵਿਤਾ ਦੇ ਵਿੱਚ ਛੰਦਾਬੰਦੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਜੀਵਨ ਰਚਿਆ ਹੈ। ਕਿੱਡੀ ਵੱਡੀ ਮਹਾਰਾਜ ਨੇ ਆਪ ਨੂੰ ਤ੍ਰੈ ਕਾਲ ਦਰਸ਼ਤਾ ਬਖਸ਼ਿਸ਼ ਕੀਤੀ। ਗਿਆਨ ਦੇ ਸਮੁੰਦਰ ਹੁੰਦਿਆਂ ਹੋਇਆਂ ਕਵਿਰਾਜ ਨੇ ਇੰਨੀ ਨਿਮਰਤਾ ਕਿਹਾ, ਮਹਾਰਾਜ ਤੁਹਾਡੀ ਕਿਰਪਾ ਤੋਂ ਬਿਨਾਂ ਮੈਨੂੰ ਇੱਕ ਅੱਖਰ ਨਹੀਂ ਫੁਰ ਸਕਦਾ। ਇਹ ਸਭ ਆਪ ਜੀ ਦੀ ਦਇਆ ਏ ਕਿ ਮੈਥੋਂ ਐਡੇ ਵੱਡੇ ਗ੍ਰੰਥ ਦੀ ਰਚਨਾ ਆਪ ਕਰਵਾ ਰਹੇ ਹੋ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਚੱਲ ਰਿਹਾ ਹੈ। ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ, ਸੱਚੇ ਪਾਤਸ਼ਾਹ ਜੀ ਨੇ ਹਰ ਪੱਖ ਤੋਂ ਬਹੁਤ ਅਦਬ ਕੀਤਾ, ਵੱਡਾ ਭਰਾ ਜਾਣ ਕੇ, ਪਰ ਪਿਰਥੀ ਚੰਦ ਦੇ ਅੰਦਰ ਈਰਖਾ ਹੀ ਵਸ ਗਈ ਸੀ ਕਿ ਇਹ ਗੁਰੂ ਪਦਵੀ ਮੈਨੂੰ ਮਿਲਣੀ ਚਾਹੀਦੀ ਹੈ। ਦੇਖੋ, ਜਿਸ ਪਿਰਥੀ ਚੰਦ ਨੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਨਰਾਦਰ ਕਰ ਦਿੱਤਾ ਸੀ, ਤਾਂ ਫਿਰ ਗੁਰੂ ਅਰਜਨ ਸਾਹਿਬ ਤਾਂ ਭਰਾ ਨੇ ਨਾ। ਫਿਰ ਜਦੋਂ ਸਤਿਗੁਰੂ ਜੀ ਦੇ ਨਾਲ ਜਾ ਕੇ ਝਗੜਾ ਕੀਤਾ, ਜਦੋਂ ਹਜ਼ੂਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਾਣੀ ਦੀ ਗਵਾਹੀ ਹੈ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰਜੋਤ ਅਰਜਨ ਮਾਹਿ ਧਰੀ, ਉਸ ਸਮੇਂ ਬਾਬਾ ਬੁੱਢਾ ਸਾਹਿਬ ਤੋਂ ਰਸਮ ਕਰਵਾਈ ਸੀ। ਹਜ਼ੂਰ ਤਾਂ ਤਖਤ ਤੋਂ ਉੱਠ ਕੇ ਮਹਿਲਾਂ ਨੂੰ ਚਲੇ ਗਏ। ਪਿਰਥੀ ਚੰਦ ਬਾਬਾ ਬੁੱਢਾ ਸਾਹਿਬ ਜੀ ਦੇ ਬਹੁਤ ਜ਼ਿਆਦਾ ਗਲ ਪੈਣ ਵਾਂਗ ਕਬੋਲ ਬੋਲ ਬੋਲੇ ਤੇ ਕਿਹਾ, ਗੁਰੂ ਸਾਹਿਬ ਨੂੰ ਨਹੀਂ ਪਤਾ, ਤੁਸੀਂ ਤਾਂ ਸਿਆਣੇ ਸਿੱਖ ਹੋ, ਤੁਹਾਨੂੰ ਸਮਝ ਕਰਨੀ ਚਾਹੀਦੀ ਹੈ ਕਿ ਸਾਰਾ ਦਾਰੋ ਮਦਾਰ ਮੇਰੇ ਹੱਥ ਵਿੱਚ ਹੈ, ਕਿਉਂਕਿ ਗੁਰੂ ਘਰ ਦੀ ਮਾਇਆ ਸਾਰੀ ਪਿਰਥੀ ਚੰਦ ਦੀ ਸੰਭਾਲਦਾ ਸੀ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇੰਨੇ ਕਬੋਲ ਵੇਖੋ ਬਰਦਾਸ਼ਤ ਕਰਦਿਆਂ ਹੋਇਆਂ ਗੁਰੂ ਪੁੱਤਰ ਜਾਣ ਕੇ ਫਿਰ ਵੀ ਬਾਬਾ ਬੁੱਢਾ ਸਾਹਿਬ ਨਿਮਰਤਾ ਨਾਲ ਕਹਿੰਦੇ ਐ, ਪਿਰਥੀ ਚੰਦ ਜੀ ਆਪ ਗੁਰੂ ਪੁੱਤਰ ਹੋ, ਪਰ ਸਾਨੂੰ ਤਾਂ ਸਾਹਿਬ ਮਾਲਕ ਸਤਿਗੁਰੂ ਜੀ ਜਿਵੇਂ ਕਹਿਣਗੇ ਅਸੀਂ ਤਾਂ ਸੇਵਕ ਹਾਂ ਨਾ, ਅਸੀਂ ਤਾਂ ਉਵੇਂ ਹੀ ਕਰਨਾ ਹੈ ਨਾ। ਧੰਨ ਬਾਬਾ ਬੁੱਢਾ ਸਾਹਿਬ ਵੇਖੋ ਕਿੰਨੀਆਂ ਪੀੜ੍ਹੀਆਂ ਤੋਂ ਸਦਾ ਆਪਣੇ ਆਪ ਨੂੰ ਇੱਕ ਨਿਮਾਣਾ ਸਿੱਖ ਸਮਝ ਕੇ ਸੇਵਾ ਕੀਤੀ ਹੈ। ਪਿਰਥੀ ਚੰਦ ਜੀ ਇੱਥੇ ਹੀ ਨਹੀਂ ਰੁਕੇ, ਫਿਰ ਗੁਰੂ ਪਿਤਾ ਜੀ ਨੂੰ ਜਾ ਕਰਕੇ ਬੜੇ ਫਿੱਕੇ ਬੋਲ ਕਹੇ। ਮਹਾਰਾਜ ਜੀ ਨੇ ਫਿਰ ਕਿਹਾ ਸੀ, ਪੂਤ ਕਾਹੇ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਪਾਪ ਲੱਗਦਾ ਜੇ ਮਾਤਾ ਪਿਤਾ ਦਾ ਨਰਾਦਰ ਕਰੀਏ। ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜਾ ਕੇ ਜੋਤੀ ਜੋਤ ਸਮਾਏ। ਉੱਥੇ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਦਸਤਾਰਾਂ ਭੇਟ ਕੀਤੀਆਂ। ਪਿਰਥੀ ਚੰਦ ਨੇ ਉੱਥੇ ਵੀ ਨਰਾਦਰ ਕੀਤਾ। ਮਹਾਰਾਜ ਕੋ ਦਸਤਾਰਾਂ ਖੋਹ ਲਈਆਂ
ਹਜੂਰ ਨੇ ਸਾਰੀਆਂ ਦਸਤਾਰਾਂ ਦੇ ਦਿੱਤੀਆਂ, ਆਖਿਆ ਇਹ ਤੁਹਾਡੀਆਂ ਹੀ ਨੇ, ਪਰ ਮਹਾਰਾਜ ਦੀ ਬਖਸ਼ਿਸ਼ ਤੇ ਨਹੀਂ ਨਾ ਸੀ ਪ੍ਰਿਥੀ ਚੰਦ ਖੋ ਸਕਦਾ। ਫਿਰ ਬੜੇ ਯਤਨ ਕੀਤੇ, ਜਿਨ੍ਹਾਂ ਯਤਨਾਂ ਵਿੱਚੋਂ ਇਹ ਪ੍ਰਸੰਗ ਆ ਰਿਹਾ ਹੈ ਕਿ ਸੁਲਹੀ ਖਾਨ ਇਹ ਦੂਜੀ ਵਾਰੀ ਚੜ੍ਹ ਕੇ ਆਉਣ ਦਾ ਪ੍ਰਸੰਗ ਹੈ। ਸਤਸੰਗੀਆਂ ਨੇ ਜਿਨ੍ਹਾਂ ਲੜੀਵਾਰ ਕਥਾ ਸੁਣੀ ਹੈ, ਪਹਿਲਾਂ ਚੜ੍ਹ ਕੇ ਆਇਆ ਸੀ ਤੇ ਮਹਾਰਾਜ ਵਡਾਲੀ ਚਲੇ ਗਏ ਸੀ, ਜਿਸ ਦਾ ਨਾਮ ਗੁਰੂ ਕੀ ਵਡਾਲੀ ਪ੍ਰਸਿੱਧ ਹੋਇਆ। ਉਹ ਵੀ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਦੇ ਬਚਨ ਸਤ ਕਰਨ ਲਈ, ਕਿਉਂਕਿ ਜਦੋਂ ਮਾਤਾ ਜੀ ਵਰਦਾਨ ਲੈਣ ਗਏ ਸੀ ਤੇ ਸੁਤੇ ਹੀ ਕਹਿ ਦਿੱਤਾ ਸੀ ਨਾ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ, ਤੇ ਮਹਾਰਾਜ ਨੂੰ ਆ ਕੇ ਦੱਸਿਆ। ਹਜੂਰ ਹੱਸ ਪਏ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਪਰਮ ਸੇਵਕ ਨੇ, ਉਹਨਾਂ ਦਾ ਬਚਨ ਤਾਂ ਗੰਗਾ ਕੋਈ ਮੋੜ ਹੀ ਨਹੀਂ ਸਕਦਾ, ਉਹਨਾਂ ਦਾ ਬਚਨ ਤਾਂ ਸੱਤ ਹੈ। ਫਿਰ ਸੁਲਹੀ ਖਾਨ ਚੜ੍ਹ ਕੇ ਆਇਆ। ਸਤਿਗੁਰਾਂ ਜੀ ਨੇ ਕਿਹਾ ਕਿ ਅੱਛਾ, ਕਿ ਜੇ ਹਰਿਮੰਦਰ ਸਾਹਿਬ ਜੀ ਦਾ ਹੀ ਝਗੜਾ ਹੈ ਕਿ ਅਸੀਂ ਇੱਥੇ ਕਾਬਜ ਹੋਣਾ ਤੇ ਅਸੀਂ ਛੱਡ ਜਾਂਦੇ, ਤਾਂ ਉੱਥੇ ਕਦੇ ਮਸੰਦ ਵੀ ਕਾਬਜ ਹੋਏ ਸੀ। ਪਰ ਸਾਧ ਸੰਗਤ ਜੀ, ਸੰਗਤ ਤਾਂ ਉੱਥੇ ਹੈ ਨਾ ਜਿੱਥੇ ਸਤਿਗੁਰੂ ਆਪ ਨੇ। ਸੰਗਤਾਂ ਨੇ ਗੁਰੂ ਕੀ ਵਡਾਲੀ ਵਿੱਚ ਰੌਣਕਾਂ ਲਾ ਦਿੱਤੀਆਂ। ਧਰਮਵੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਉੱਥੇ ਹੋਇਆ। ਇਹਨਾਂ ਦੀਆਂ ਆਸਾਂ ਹੀ ਰਹੀਆਂ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਪਕੜ ਲਈਏ, ਮਾਰ ਦਈਏ। ਇਹ ਹੁਣ ਸੁਲਹੀ ਖਾਨ ਬਾਦਸ਼ਾਹ ਦੇ ਕੰਨ ਭਰ ਕੇ ਕਿ ਕੁਝ ਮਾਮਲਾ ਅਗਰਾਉਣਾ, ਮੇਰੇ ਤੋਂ ਬਿਨਾਂ ਗੱਲ ਬਣਨੀ ਨਹੀਂ। ਚੰਦੂ ਨਾਲ ਮਤਾ ਰਲਾ ਕੇ ਕਿ ਤੇਰਾ ਵੈਰ ਹੁਣ ਮੈਂ ਲਵਾਂਗਾ, ਤੇ ਉਧਰੋਂ ਪ੍ਰਿਥੀ ਚੰਦ ਜੋ ਚਾਹੁੰਦਾ ਹੈ, ਇਹਦੀ ਇੱਛਾ ਹੈ ਕਿ ਮੈਂ ਹੁਣ ਇਹਨਾਂ ਸਾਰਿਆਂ ਨੂੰ ਖੁਸ਼ ਕਰਾਂ। ਤੇ ਦਿੱਲੀੋਂ ਜਦੋਂ ਇਹਦੀ ਤਿਆਰੀ ਹੋਈ ਹੈ, ਦਿੱਲੀ ਦੀ ਸੰਗਤ ਜਿਹੜੇ ਹੁਣ ਸਿੱਖ ਪਿਆਰ ਕਰਦੇ ਆ ਸੱਚੇ ਪਾਤਸ਼ਾਹ ਨਾਲ, ਉਹਨਾਂ ਨੇ ਇੱਕ ਦੂਤ ਬੜੀ ਛੇਤੀ ਨਾਲ ਤੋਰਿਆ ਅੰਮ੍ਰਿਤਸਰ ਸਾਹਿਬ ਨੂੰ। ਹਜੂਰ ਨੂੰ ਆ ਕੇ ਸਾਰੀ ਖਬਰ ਦਿੱਤੀ, ਮਹਾਰਾਜ ਸੁਲਹੀ ਖਾਨ ਚੜ੍ਹ ਕੇ ਆ ਰਿਹਾ। ਉਹਨਾਂ ਦੇ ਇਰਾਦੇ ਨੇਕ ਨਹੀਂ ਹਨ। ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਮਹਾਰਾਜ ਕੋਈ ਸੰਗਤ ਦਾ ਬਚਾਅ ਹੋਵੇ। ਸੰਗਤਾਂ ਨੇ ਬੜੇ ਘਬਰਾ ਕੇ ਮਹਾਰਾਜ ਕੋਲ ਬੇਨਤੀ ਕੀਤੀ, ਮਹਾਰਾਜ ਹੁਣ ਕੀ ਬਣੇਗਾ, ਹੁਣ ਕੀ ਹੋਵੇਗਾ। ਸਿਆਣਿਆਂ ਸਿੱਖਾਂ ਨੇ ਜੋ ਸਲਾਹਾਂ ਦਿੱਤੀਆਂ, ਸਤਿਗੁਰਾਂ ਨੇ ਬਾਣੀ ਵਿੱਚ ਵੀ ਉਹ ਸ਼ਬਦ ਦੁਆਰਾ ਅੰਕਿਤ ਕੀਤੀਆਂ ਕਿ ਪਹਿਲਾਂ ਮਤਾ ਪਕਾਇਆ, ਕੋਈ ਚਿੱਠੀ ਪੱਤਰ ਅਸੀਂ ਵੀ ਭੇਜੀਏ, ਆਪਣਾ ਪੱਖ ਦਸੀਏ ਕਿ ਅਸੀਂ ਗਲਤ ਨਹੀਂ ਹਾਂ। ਫਿਰ ਦੂਸਰਾ ਮਤਾ ਕਿ ਕੋਈ ਅਸੀਂ ਕਿਸੇ ਉਮਰਾਵ ਨਾਲ ਆਪਣਾ ਸੰਬੰਧ ਬਣਾਈਏ, ਦੋ ਮਨੁੱਖ ਹੀ ਭੇਜ ਦਈਏ, ਫਿਰ ਕੋਈ ਉਪਾਅ ਹੀ ਕਰੀਏ। ਮਹਾਰਾਜ ਸਾਹਿਬ ਕਹਿੰਦੇ ਭਾਈ ਅਸੀਂ ਤਾਂ ਸਾਰਾ ਕੁਝ ਛੱਡ ਕੇ ਵਾਹਿਗੁਰੂ ਨੂੰ ਹੀ ਧਿਆਇਆ ਹੈ, ਪਰਮੇਸ਼ਰ ਹੀ ਹੈ ਸਾਡਾ ਤਾਂ ਰੱਖਿਅਕ। ਜਦੋਂ ਸਿੱਖ ਸੰਗਤਾਂ ਨੇ ਇਉਂ ਬੜੇ ਚਿੰਤਤ ਹੋ ਕਰਕੇ ਬੇਨਤੀ ਕੀਤੀ ਹੈ, ਹਜੂਰ ਕਿਵੇਂ ਸਭ ਨੂੰ ਧਰਵਾਸ ਦਿੰਦੇ ਹੈ ਤੇ ਆਪਣੇ ਸ਼੍ਰੀ ਕੰਠ ਤੋਂ ਹਜੂਰ ਕੀ ਕਹਿੰਦੇ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਦਾ, ਸ਼ਾਂਤ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਿਰਪਾ ਠਾਨ ਸੰਗਤ ਸੋ ਬੋਲੇ। ਜਦੋਂ ਸੰਗਤ ਨੇ ਬਹੁਤ ਚਿੰਤਤ ਹੋ ਕੇ ਬੇਨਤੀ ਕੀਤੀ, ਮਹਾਰਾਜ ਹੁਣ ਸਾਡਾ ਕੀ ਹੋਏਗਾ, ਤੇ ਹਜੂਰ ਬਹੁਤ ਕਿਰਪਾ ਦੇ ਘਰ ਵਿੱਚ ਆ ਕਰਕੇ ਸੰਗਤ ਦੇ ਤਾਈਂ ਮਹਾਰਾਜ ਬਚਨ ਕੀਤਾ। ਕਿਉਂਕਿ ਸੱਚੇ ਪਾਤਸ਼ਾਹ ਮਨ ਦੀ ਵੀ ਦਸ਼ਾ ਵੇਖ ਲੈਂਦੇ ਆ। ਜਦੋਂ ਬਹੁਤ ਬੇਬਲ ਹੋ ਗਈ ਸੰਗਤ, ਚਿੱਤ ਡੋਲ ਗਏ, ਤਾਂ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਹਜੂਰ ਜਿਨ੍ਹਾਂ ਦੀ ਬਾਣੀ ਕਹਿੰਦੀ ਹੈ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਦੋਂ ਵਾਹਿਗੁਰੂ ਰੱਖਿਅਕ ਹੈ
ਤਾਂ ਫਿਰ ਜੀਵ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਜੋ ਬਾਣੀ ਵਿੱਚ ਸਾਨੂੰ ਨਿਸ਼ਚਾ ਰੱਖਣ ਦੀ ਆਗਿਆ ਕੀਤੀ ਹੈ ਨਾ, ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕਰਕੇ ਵਿਖਾਇਆ ਹੈ ਸੱਚੇ ਪਾਤਸ਼ਾਹ ਨੇ। ਜੇਕਰ ਸਾਨੂੰ ਪਤਾ ਲੱਗੇ ਤੇ ਅਸੀਂ ਕਿੰਨੇ ਯਤਨ ਕਰਦੇ ਹਾਂ ਕਿ ਸਾਡੇ ਸਿਰ ਤੋਂ ਇਹ ਔਖਿਆਈ ਦਾ ਸਮਾਂ ਟਲ ਜਾਵੇ, ਪਰ ਸਤਿਗੁਰੂ ਜੀ ਦਾ ਉਪਦੇਸ਼ ਸਾਨੂੰ ਸਿੱਖਿਆ ਦਿੰਦਾ ਹੈ, ਇੱਕ ਨਿਰੰਕਾਰ ਦੀ ਓਟ ਤੱਕੋ। ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਸਾਰੇ ਭਰਮ ਤਿਆਗ ਕੇ ਵਾਹਿਗੁਰੂ ਦਾ ਨਾਮ ਜਪੋ, ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਇਹੀ ਸਭ ਤੋਂ ਵੱਡਾ ਧਰਮ ਹੈ। ਸਾਰੇ ਭਰਮਾਂ ਨੂੰ ਸਗਲ ਭਰਮ ਡਾਰ ਦੇ, ਗੋਬਿੰਦ ਕੋ ਨਾਮ ਲੈ। ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਓਟ ਹੈ ਨਿਰੰਕਾਰ ਦੀ। ਸੰਗਤ ਦੇ ਉੱਤੇ ਕਿਰਪਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਤੱਕ ਰਹੇ ਹੈ ਤੇ ਕਿਰਪਾ ਕਰਦੇ ਹੋਏ ਹਜ਼ੂਰ ਕਹਿਣ ਲੱਗੇ, ਨਿਸ਼ਟਾ ਧਰੋ ਕਹਾ ਤੁਮ ਡੋਲੇ। ਮਹਾਰਾਜ ਕਹਿੰਦੇ ਸਿੱਖੋ, ਨਿਸ਼ਚਾ ਕਰੋ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ। ਕਿਵੇਂ ਤੁਸੀਂ ਕਿਸ ਪ੍ਰਕਾਰ ਡੋਲ ਗਏ ਹੋ, ਤੁਹਾਡਾ ਇੰਨਾ ਚਿੱਤ ਕਿਵੇਂ ਡੋਲ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਦੀਵਾਨ ਵਿੱਚ ਤਖਤ ਤੇ ਸਜਦੇ ਐ, ਵਾਹਿਗੁਰੂ ਜੀ ਦੀ ਸਿਫਤ ਸਤਿਗੁਰੂ ਮਹਾਰਾਜ ਆਪਣੀ ਰਸਨਾ ਤੋਂ ਕਰਦੇ ਐ। ਅੰਮ੍ਰਿਤ ਮਿੱਠੇ ਬੋਲ ਸੁਣ ਸੁਣ ਕੇ ਜੀਵਾਂ ਦੇ ਹਿਰਦੇ ਦਰਵ ਜਾਂਦੇ ਆ। ਜਦੋਂ ਅੰਦਰ ਵਸਦਾ ਨਾ ਨਿਰੰਕਾਰ ਦਾ ਨਾਮ, ਉਦੋਂ ਡੋਲਣ ਵਾਲੀ ਸਥਿਤੀ ਮੁੱਕਦੀ ਹੈ। ਮਹਾਰਾਜ ਕਹਿੰਦੇ ਸਿੱਖੋ, ਰੋਜ਼ ਤਾਂ ਨਾਮ ਦ੍ਰਿੜ ਕਰਦੇ ਹੋ, ਤੇ ਹੁਣ ਕਿਉਂ ਤੁਸੀਂ ਘਬਰਾ ਕਿਉਂ ਗਏ ਆ, ਡੋਲ ਕਿਉਂ ਗਏ ਆ। ਉਹ ਸੁਲਹੀ ਖਾਨ ਦਾ ਚੜ ਕੇ ਆਉਣਾ ਸੁਣ ਕੇ, ਸਤਿਗੁਰ ਬਨ ਹੈ ਸਹਾਈ ਹਮਾਰੀ। ਸਾਡੇ ਸਹਾਇਕ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਸਤਿਗੁਰੂ ਜੀ ਸਾਡੇ ਅੰਗ ਸੰਗ ਸਹਾਈ ਹੋਣਗੇ। ਬਿਪਦਾ ਪਰ ਹੈ ਤਿਨਹੁ ਪਰ ਭਾਰੀ। ਜਿਹੜੀ ਬਿਪਤਾ ਤੁਹਾਨੂੰ ਦਿਸ ਰਹੀ ਹੈ ਨਾ ਕਿ ਸਾਡੇ ਤੇ ਨਾ ਆ ਕੇ ਪਵੇ, ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਕਾਲ ਅੱਗੇ ਹੀ ਉਡੀਕ ਰਿਹਾ ਹੈ, ਉਹਨਾਂ ਉੱਤੇ ਭਾਰੀ ਬਿਪਤਾ ਪਵੇਗੀ। ਤੇ ਸਾਧ ਸੰਗਤ ਜੀ, ਗੁਰੂ ਇਤਿਹਾਸ ਹੈ, ਜਿਹੜਾ ਵੀ ਗੁਰੂ ਘਰ ਤੇ ਚੜ੍ਹ ਕੇ ਆਇਆ ਨਾ, ਉਹਦੀ ਬਹੁਤ ਬੁਰੀ ਹਾਲਤ ਹੋਈ ਹੈ। ਜੇ ਸੱਚੇ ਪਾਤਸ਼ਾਹ ਦੇ ਉੱਪਰ ਇੱਥੇ ਵੀ ਚੜ੍ਹ ਕੇ ਆਏ, ਮਹਾਰਾਜ ਆਪਣੀ ਲਿਖਤ ਵਿੱਚ ਕਹਿੰਦੇ ਹੈ ਕਿ ਮਨੁੱਖੀ ਖੂਨ ਡੋਲਣਾ ਮੇਰਾ ਕੋਈ ਸ਼ੌਂਕ ਨਹੀਂ ਹੈ। ਜਦੋਂ ਸਾਰੇ ਰਾਹ ਮੁੱਕ ਜਾਂਦੇ ਆ ਜ਼ੁਲਮ ਨੂੰ ਨਾਸ਼ ਕਰਨ ਵਾਸਤੇ, ਸ਼ਸਤਰ ਉਠਾਉਣੇ ਫਿਰ ਮੇਰੀ ਮਜਬੂਰੀ ਬਣ ਜਾਂਦੀ। ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ, ਕਿਉਂਕਿ ਜਿਹੜਾ ਢਾਂਚਾ ਖਰਾਬ ਹੋ ਜਾਵੇ ਉਸ ਨੂੰ ਗਿਰਾਉਣਾ ਹੀ ਸਾਧ ਸੰਗਤ ਜੀ ਠੀਕ ਹੁੰਦਾ ਹੈ। ਮਹਾਰਾਜ ਨੇ ਸਮਾਜ ਦਾ ਉਹ ਜ਼ਾਲਮ ਢਾਂਚਾ ਗਿਰਾ ਕੇ ਇੱਕ ਨਵਾਂ ਨਰੋਆ ਸਮਾਜ ਰਚਿਆ ਸੱਚੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਆ ਭਾਈ, ਜਿਹੜੀ ਤੁਸੀਂ ਬਿਪਤਾ ਸੋਚ ਰਹੇ ਆ ਨਾ ਕਿ ਸਾਡੇ ਤੇ ਨਾ ਪਵੇ, ਬਿਪਤਾ ਤਾਂ ਉਹਨਾਂ ਦੇ ਉੱਤੇ ਪਵੇਗੀ ਬਹੁਤ ਭਾਰੀ। ਨਹਿ ਆਵਨ ਹਮ ਲਗ ਤਿਹ ਕੇਰਾ। ਸਤਿਗੁਰੂ ਜੀ ਕਹਿੰਦੇ ਸਾਡੇ ਤੱਕ ਤਾਂ ਉਹਨਾਂ ਦਾ ਆਉਣਾ ਹੀ ਨਹੀਂ ਹੋਊਗਾ। ਇਹੀ ਸਿੱਖਾਂ ਦੇ ਮਨ ਵਿੱਚ ਖਦਸ਼ਾ ਸੀ ਨਾ ਕਿ ਸੁਲਹੀ ਖਾਨ ਆ ਕੇ ਹੁਣ ਉਜਾੜ ਦੇਵੇਗਾ ਨਗਰ ਨੂੰ, ਫੜ ਫੜ ਕੇ ਕਤਲੇਆਮ ਕਰੇਗਾ, ਗੁਰੂ ਸਾਹਿਬ ਜੀ ਨੂੰ ਪਕੜ ਲਵੇਗਾ, ਕੀ ਕਰੇਗਾ। ਮਹਾਰਾਜ ਕਹਿੰਦੇ ਸਾਡੇ ਤੱਕ ਸਿੱਖੋ ਉਸ ਦਾ ਆਉਣਾ ਹੀ ਨਹੀਂ ਹੋ ਸਕੇਗਾ। ਹੋਏ ਮਾਰਗ ਮਹਿ ਦੁਸ਼ਟ ਨਬੇਰਾ। ਦੁਸ਼ਟ ਦਾ ਰਸਤੇ ਦੇ ਅੰਦਰ ਹੀ ਪਰਮੇਸ਼ਰ ਨਬੇੜਾ ਕਰ ਦੇਵੇਗਾ। ਜਦੋਂ ਇਹ ਦੂਤ ਦਿੱਲੀ ਦਾ ਆਇਆ ਹੋਇਆ ਕੋਲ ਸੁਣ ਰਿਹਾ ਸੀ ਤੇ ਮਹਾਰਾਜ ਜੀ ਨੇ ਉਸ ਸਮੇਂ ਹੀ ਇਹ ਵਾਕ ਕਹੇ ਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਮੁਆ ਹੁਆ ਨਾ ਪਾਕ। ਇਹ ਸਤਿਗੁਰੂ ਜੀ ਦੇ ਵਾਕ ਸ਼੍ਰੀ ਕੰਠ ਤੋਂ ਉਚਾਰਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਉਸ ਦੂਤ ਨੇ ਵੀ ਸੁਣੇ ਆ। ਜਿਮ ਕੂਕਰ ਮਿਰਗਨ ਪਰ ਧਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ, ਇਉਂ ਸਿੱਖੋ ਹੋਏਗਾ ਜਿਵੇਂ
ਕੁੱਤੇ ਜਿਹੜੇ ਆ ਉਹ ਹਿਰਨਾਂ ਦੇ ਪਿੱਛੇ ਦੌੜਦੇ ਆ ਸੁਆਪਦ ਪੰਥ ਬਿਖੈ ਪਖ ਗਾਵੈ ਤੇ ਕਈ ਵਾਰੀ ਇਉਂ ਹੁੰਦਾ ਫਿਰ ਭੱਜਦੇ ਤਾਂ ਉਹ ਹਿਰਨਾਂ ਦੇ ਪਿੱਛੇ ਆ। ਇੱਥੇ ਇਹ ਦਾ ਦ੍ਰਿਸ਼ਟਾਂਤ ਜਿਹੜੇ ਇੱਕ ਅੰਗੀ ਹੁੰਦੇ ਆ। ਹਿਰਨ ਤੋਂ ਭਾਵ ਸ਼ਾਂਤ ਪੱਖ ਲੈਣਾ। ਮਹਾਰਾਜ ਕਹਿੰਦੇ ਉਹ ਕੁੱਤਿਆਂ ਦੀ ਨਿਆਈ ਸਿੱਖਾਂ ਦੀ ਨਰਾਦਰੀ ਕਰਨਾ ਚਾਹੁੰਦੇ ਆ, ਭਾਵ ਪਿੱਛੇ ਦੌੜ ਰਹੇ ਕੁੱਤੇ ਬਣ ਕੇ। ਤੇ ਕਾਲ ਸ਼ੇਰ ਬਣ ਕੇ ਮਹਾਰਾਜ ਕਹਿੰਦੇ ਰਸਤੇ 'ਚ ਹੀ ਖਾ ਜਾਊਗਾ। ਜਿਵੇਂ ਕੁੱਤਾ ਹਿਰਨ ਪਿੱਛੇ ਦੌੜੇ ਤੇ ਉਹਨੂੰ ਜੰਗਲ 'ਚੋਂ ਸ਼ੇਰ ਨਿਕਲ ਕੇ ਜੇਕਰ ਖਾ ਜਾਵੇ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਉਹਨਾਂ ਨਾਲ ਹਾਲਤ ਬਣੇਗੀ। ਸੁਨਤ ਬਰਿੰਦ ਆਨੰਦ ਬਿਲੰਦੇ ਸੁਣ ਕੇ ਨਾ ਸਿੱਖ ਵੇਖੋ ਵੀ ਸਿੱਖਾਂ ਦੇ ਵਿੱਚ ਵੀ ਸ਼ਰਧਾ ਏ। ਜਦੋਂ ਮਹਾਰਾਜ ਬਚਨ ਕਰਦੇ ਤਾਂ ਫਿਰ ਸਤਿਗੁਰੂ ਜੀ ਦੇ ਬਚਨਾਂ ਤੇ ਅਟੱਲ ਵਿਸ਼ਵਾਸ ਕਰਦੇ ਆ ਸਿੱਖ। ਮਹਾਰਾਜ ਦੇ ਬਚਨ ਸੁਣ ਕੇ ਸਿੱਖਾਂ ਨੂੰ ਬੜੀ ਖੁਸ਼ੀ ਹੋਈ, ਬੜਾ ਆਨੰਦ ਹੋਇਆ, ਪ੍ਰਸੰਨ ਹੋ ਗਏ ਸਾਰੇ ਹੀ। ਸਤਿਗੁਰ ਬਾਕ ਅਮੋਗ ਹੋਵੰਦੇ ਕਿਉਂਕਿ ਜਾਣਦੇ ਆ ਸਿੱਖ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲਿਆ ਹੋਇਆ ਵਾਕ ਅਮੋਗ ਸ਼ਸਤਰ ਦੀ ਤਰ੍ਹਾਂ ਹੈ। ਅਮੋਗ ਸ਼ਸਤਰ ਤਾਂ ਭਾਵੇਂ ਚੁੱਕ ਜਾਵੇ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੁਖ ਦਾ ਨਿਕਲਿਆ ਹੋਇਆ ਵਾਕ ਚੁੱਕ ਨਹੀਂ ਸਕਦਾ। ਉਹ ਅਟੱਲ ਹੈ ਤੇ ਸਤ ਹੈ। ਸਿੱਖਾਂ ਦੇ ਮਨ ਵਿੱਚ ਬੜੀ ਖੁਸ਼ੀ ਹੋਈ ਗੁਰਦੇਵ ਦੇ ਇਹ ਬਚਨ ਸੁਣ ਕੇ। ਭਏ ਨਾ ਚਿੰਤ ਨਾ ਹੌਲ ਉਠਾਵਾ ਫਿਰ ਨਿਚਿੰਤ ਹੋ ਗਏ, ਚਿੰਤਾ ਤੋਂ ਰਹਿਤ ਹੋ ਗਏ ਤੇ ਹੌਲ ਨਹੀਂ ਉੱਠਦੇ। ਹੁਣ ਮਨ ਵਿੱਚ ਘਬਰਾਹਟ ਨਹੀਂ ਹੁੰਦੀ, ਨਿਸ਼ਚਾ ਆ ਗਿਆ। ਮਨਹੁ ਮਰਿਓਈ ਸੋ ਲਖ ਪਾਵਾ ਜਾਣੋ ਉਹਨਾਂ ਸਿੱਖਾਂ ਨੇ ਹੁਣ ਇਹ ਹੀ ਲੱਖ ਲਿਆ, ਜਾਣ ਲਿਆ ਕਿ ਅਜੇ ਮਰਿਆ ਨਹੀਂ ਸੁਲਹੀ ਖਾਨ, ਪਰ ਸਿੱਖਾਂ ਨੇ ਜਾਣ ਲਿਆ ਵੀ ਹੁਣ ਮਰ ਹੀ ਗਿਆ। ਗੁਰੂ ਸਾਹਿਬ ਨੇ ਕਹਿਤਾ ਨਾ ਤਾਂ ਮਰ ਹੀ ਗਿਆ। ਸਿੱਖਾਂ ਨੇ ਇਉਂ ਸਮਝ ਲਿਆ। ਉਧਰ ਵੇਖੋ ਚੜ ਕੇ ਆ ਰਿਹਾ ਫੌਜ ਸਮੇਤ। ਹਜੂਰ ਨੇ ਬਚਨ ਹੀ ਕਹਿਤੇ। ਸਿੱਖਾਂ ਦਾ ਇੰਨਾ ਮਨ ਸ਼ਰਧਾ ਕਰਦਾ ਹੈ ਕਿ ਮਹਾਰਾਜ ਨੇ ਕਹਿਤਾ ਹੁਣ ਨਹੀਂ ਵੀ ਆ ਸਕਦਾ। ਉਹਨਾਂ ਨੇ ਸਮਝ ਲਿਆ ਕਿ ਸੁਲਹੀ ਖਾਨ ਤਾਂ ਮਰ ਗਿਆ ਏ। ਸੰਗਤ ਕੋ ਸੁਣ ਕੈ ਹਲਕਾਰਾ ਤੇ ਜਿਹੜਾ ਹਲਕਾਰਾ ਦੂਤ ਆਇਆ ਸੀਗਾ ਦਿੱਲੀ ਦੀ ਸੰਗਤ ਦਾ, ਹੁਣ ਵੀ ਸੁਣਿਆ ਗੁਰੂ ਸਾਹਿਬ ਦਾ ਵਾਕ। ਮਹਾਰਾਜ ਜਦੋਂ ਆਖਿਆ ਸਭ ਦੇ ਸਾਹਮਣੇ, ਦਿੱਲੀ ਪੁਰ ਕੋ ਤੁਰਤ ਪਧਾਰਾ ਉਹ ਬੜੀ ਛੇਤੀ ਨਾਲ ਹੀ ਫਿਰ ਦਿੱਲੀ ਨੂੰ ਨਿਸ਼ਚਿੰਤ ਹੋ ਕੇ ਚੱਲ ਪਿਆ। ਪਹੁੰਚ ਸੁਨਾਇਓ ਸ੍ਰੀ ਗੁਰ ਬੈਨ ਦਿੱਲੀ ਦੀ ਸੰਗਤ ਵੀ ਫਿਕਰ ਕਰ ਰਹੀ ਸੀ। ਸਾਰੀ ਸੰਗਤ ਧਰਮਸ਼ਾਲਾ ਵਿੱਚ ਇਕੱਠੀ ਹੋਈ ਜਦੋਂ ਸਿੱਖ ਚੱਲ ਕੇ ਗਿਆ ਦਿੱਲੀ। ਤੇ ਗੁਰੂ ਮਹਾਰਾਜ ਦੇ ਬਚਨ ਜਿਹੜੇ ਸੀ ਫਿਰ ਉਸ ਦੂਤ ਨੇ ਸਾਰੀ ਦਿੱਲੀ ਦੀ ਸੰਗਤ ਨੂੰ ਸੁਣਾਉਣਾ ਕੀਤੇ। ਸਭ ਕੈ ਮਨ ਉਪਜੀ ਤਬ ਚੈਨ ਤਦੋਂ ਸਾਰੀ ਸੰਗਤ ਦੇ ਮਨ ਵਿੱਚ ਸ਼ਾਂਤੀ ਆ ਗਈ, ਠੰਡ ਪੈ ਗਈ ਕਿ ਗੁਰੂਦੇਵ ਨੇ ਵਾਕ ਕਹਿ ਦਿੱਤੇ ਐ। ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਸਭ ਦੇ ਮਨ ਜਿਹੜੇ ਐ ਉਹ ਬਹੁਤ ਨਿਚਿੰਤ ਹੋ ਗਏ, ਸ਼ਾਂਤ ਹੋ ਗਏ। ਪਹੁੰਚਹਿ ਨਹੀਂ ਸੁਦਾ ਸਰ ਜਾਏ ਤੇ ਹੁਣ ਸਿੱਖਾਂ ਨੇ ਦਿੱਲੀ ਦੀ ਸੰਗਤ ਨੇ ਵੀ ਜਾਣ ਲਿਆ ਕਿ ਸੁਦਾਸਰ ਅੰਮ੍ਰਿਤਸਰ ਸਾਹਿਬ ਇਹ ਸੁਲਹੀ ਖਾਨ ਪਹੁੰਚ ਨਹੀਂ ਸਕੇਗਾ, ਉੱਥੇ ਜਾ ਨਹੀਂ ਸਕੇਗਾ। ਮਾਰਗ ਮਹਿ ਹੋਇ ਬਿਗਨ ਬਿਲਾਏ ਬਹੁਤ ਰਸਤੇ ਵਿੱਚ ਉਸ ਦੂਤ ਨੇ ਦੱਸਿਆ ਨਹੀਂ ਪਹੁੰਚ ਸਕੇਗਾ। ਗੁਰੂ ਅਰਜਨ ਸਾਹਿਬ ਆਖਿਆ ਏ ਕਿ ਰਸਤੇ ਵਿੱਚ ਭਾਰੀ ਵਿਘਨ ਪੈਣਗੇ ਤੇ ਬਲਾ ਜਾਵੇਗਾ, ਨਾਸ਼ ਹੋ ਜਾਵੇਗਾ, ਸਮਾਪਤ ਹੋ ਜਾਵੇਗਾ। ਅਚਲ ਮੇਰ ਸਮ ਲਖ ਗੁਰ ਬਾਣੀ ਸਤਿਗੁਰੂ ਜੀ ਦੀ ਬਾਣੀ ਕਿਵੇਂ ਜਾਣਦੇ ਆ ਸਿੱਖ? ਅਚਲ ਤੇ ਸਮੇਰ ਪਰਬਤ ਦੀ ਤਰ੍ਹਾਂ। ਭਾਵੇਂ ਕਿ ਸਮੇਰ ਪਰਬਤ ਵੀ ਹਲ ਜਾਵੇ ਪਰ ਗੁਰੂ ਦੇਵ ਦਾ ਬਚਨ ਨਹੀਂ ਹਲ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਭੱਟਾਂ ਨੇ ਆਖਿਆ ਏ, ਗੁਰ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਾਹੀ। ਪਾਰਥ ਦਾ ਅਰਜਨ ਦਾ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਯੁੱਧ ਵਿੱਚ ਉਹ ਚਲਾਇਮਾਨ ਨਹੀਂ ਸੀ ਹੁੰਦਾ ਪਰ ਉਹਨੂੰ ਚਲਾਇਮਾਨ ਕਰ ਦਿੱਤਾ ਸੀ। ਮਹਾਭਾਰਤ ਦਾ ਇਤਿਹਾਸ ਕਹਿੰਦਾ ਹੈ ਉਹਨੂੰ ਭੀਸ਼ਮ ਨੇ ਚਲਾਇਮਾਨ ਕਰ ਦਿੱਤਾ ਸੀ, ਕਰਨ ਨੇ ਚਲਾਇਮਾਨ ਕਰ ਦਿੱਤਾ ਸੀ।
ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਜੀ ਨੂੰ ਤਾਂ ਤੱਤੀ ਤਵੀ ਦਾ ਸੇਕ ਨਹੀਂ ਚਲਾਇਮਾਨ ਕਰ ਸਕਿਆ। ਆਪ ਨੂੰ ਤਾਂ ਤੱਤਾ ਰੇਤਾ ਸੀਸ ਤੇ ਪੈਂਦਾ ਉਹ ਨਹੀਂ ਡੁਲਾ ਸਕਿਆ। ਸਾਈਂ ਮੀਆਂ ਮੀਰ ਨੇ ਪੁੱਛਿਆ ਸੀ, ਹਜੂਰ ਇੰਨਾ ਸੇਕ ਕਿਵੇਂ ਬਰਦਾਸ਼ਤ ਕਰ ਰਹੇ ਹੋ? ਸਤਿਗੁਰੂ ਜੀ ਕਹਿੰਦੇ, ਸਾਈਂ ਜੀ ਸਾਨੂੰ ਤੱਤੀ ਤਵੀ ਇਉਂ ਲੱਗ ਰਹੀ ਹੈ ਜਿਵੇਂ ਅੰਮ੍ਰਿਤ ਸਰੋਵਰ ਦੇ ਠੰਡੇ ਜਲ ਵਿੱਚ ਬੈਠੇ ਹੋਈਏ। ਇਹ ਤੱਤਾ ਰੇਤਾ ਸਾਡੇ ਸੀਸ ਤੇ ਪੈ ਰਿਹਾ, ਸਾਨੂੰ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਗੁਰਸਿੱਖ ਸਾਡੇ ਸੀਸ ਤੇ ਚੌਰ ਕਰ ਰਹੇ ਹੋਣ। ਇਹ ਜੀ ਅਵਸਥਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਦੀ ਬਾਣੀ ਦੇ ਹੀ ਵਾਕ ਹੈ ਨਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਗੁਰਬਾਣੀ ਦੇ ਪਵਿੱਤਰ ਵਾਕ ਹਜੂਰ ਨੇ ਸਿੱਖਾਂ ਦੇ ਸਾਹਮਣੇ ਪ੍ਰਤੱਖ ਕੀਤੇ ਹੈ ਤੇ ਮਹਾਰਾਜ ਦੇ ਪਿਆਰੇ ਸਿੱਖਾਂ ਨੇ ਇਹਨਾਂ ਬਚਨਾਂ ਨੂੰ ਕਮਾਇਆ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਕਹਿੰਦੇ ਆ, ਫਿਰ ਪੜ੍ਹਦੇ ਹੋ। ਅਚਲ ਮੇਰ ਸਮ ਲਖ ਗੁਰ ਬਾਣੀ। ਸਤਿਗੁਰਾਂ ਜੀ ਦੀ ਬਾਣੀ ਮੁਖ ਦੇ ਕਹੇ ਹੋਏ ਵਾਕ ਦਿੱਲੀ ਦੀ ਸੰਗਤ ਨੇ ਸਮੇਰ ਪਰਬਤ ਦੀ ਤਰ੍ਹਾਂ ਅਚਲ ਜਾਣੇ ਆ ਕਿ ਹਜੂਰ ਨੇ ਹੁਣ ਵਾਕ ਕਹਿ ਦਿੱਤਾ ਹੈ, ਇਹ ਅਟਲ ਹੈ ਤੇ ਸਤ ਹੈ। ਸਗਰੀ ਸੰਗਤ ਸੁਨ ਹਰ ਖਾਨੀ। ਸਾਰੀ ਸੰਗਤ ਸੁਣ ਕਰਕੇ ਬਹੁਤ ਖੁਸ਼ ਹੋਈ। ਅਬ ਸੁਣੀਐ ਹੈ ਸੁਲਹੀ ਕੀ ਬਾਤ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਰੋਤਾ ਜਨੋ ਆਓ ਸੁਣੋ ਹੁਣ ਸੁਲਹੀ ਖਾਨ ਦੀ ਬਾਤ ਕਿ ਬੜੇ ਹੰਕਾਰ ਨਾਲ ਚੜ੍ਹਿਆ ਏ ਦਿੱਲੀ ਤੋਂ। ਆਓ ਉਹਦੀ ਗੱਲ ਦੱਸਾਂ ਤੁਹਾਨੂੰ ਕਿ ਕੀ ਬਣਿਆ ਉਹਦੇ ਨਾਲ। ਬਹੁ ਅਪਸ਼ਗਨ ਭਏ ਬਖਿਆਤ। ਜਦੋਂ ਚੱਲਿਆ ਨਾ ਦਿੱਲੀ ਤੋਂ ਤੇ ਬਖਿਆਤ ਪ੍ਰਗਟ ਹੀ ਬਹੁਤ ਜ਼ਿਆਦੇ ਅਪਸ਼ਗਨ ਹੋਏ। ਉਹ ਕਿਹੋ ਜਿਹੇ ਹੋਏ ਦੱਸਦੇ ਹਨ। ਫਰਕੇ ਭੁਜਾ ਬਿਲੋਚਨ ਬਾਮੂ। ਤੇ ਇਹਦੀ ਖੱਬੀ ਅੱਖ ਤੇ ਖੱਬੀ ਬਾਹ ਫੜਕਣ ਲੱਗ ਪਈ। ਸਾਧ ਸੰਗਤ ਜੀ, ਇਹ ਜਿਹੜੇ ਸਾਹਮਣੇ ਕੁਝ ਚੱਲਣ ਲੱਗਿਆ ਪ੍ਰਕਿਰਿਆ ਹੁੰਦੀਆਂ ਨਾ, ਇਹਨਾਂ ਨੂੰ ਸ਼ਗਨ ਅਪਸ਼ਗਨ ਸੰਸਾਰ ਵਿੱਚ ਮੰਨਿਆ ਜਾਂਦਾ ਹੈ। ਤੇ ਜਿਹੜੇ ਭਲੇ ਪੁਰਖ ਹੈ ਨਾ, ਉਹ ਜਾਣ ਲੈਂਦੇ ਆ ਕੋਈ ਮੇਰੇ ਕੋਲੋਂ ਕਿਤੇ ਕੋਈ ਬੁਰਾ ਕਰਮ ਤੇ ਨਹੀਂ ਹੋਣ ਲੱਗਾ, ਕਿਉਂਕਿ ਕੁਦਰਤ ਪ੍ਰੇਰਦੀ ਹੈ। ਹਾਂ, ਇਹ ਚੀਜ਼ਾਂ ਜਿਹੜਾ ਨਾਮ ਜਪਦਾ ਹੈ ਉਹਦੇ ਵਾਸਤੇ ਕੁਝ ਮਾਇਨੇ ਨਹੀਂ ਰਖਾਉਂਦੀਆਂ, ਕਿਉਂਕਿ ਮਹਾਰਾਜ ਆਖਿਆ ਹੈ ਕਿ ਸਗਨ ਅਪਸਗਨ ਤਿਸ ਕਉ ਲੱਗੈ ਜਿਸ ਚੀਤ ਨਾ ਆਵੇ। ਤੇ ਹੁਣ ਜਿਹੜਾ ਗੁਰੂ ਦੇਵ ਦਾ ਬੁਰਾ ਸੋਚ ਕੇ ਚੜ੍ਹਾਈ ਕਰਨ ਲੱਗਾ ਏ, ਉਹਨੂੰ ਕੁਦਰਤ ਵੀ ਸੰਕੇਤ ਦੇ ਰਹੀ ਹੈ ਕਿ ਕਿਉਂ ਆਪਣੀ ਮੌਤ ਨੂੰ ਸੱਦਾ ਦੇ ਰਿਹਾ। ਉਹਨੂੰ ਇਹ ਵਗਦੀ ਹਵਾ ਵੀ ਸਪਰਸ਼ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਇਹ ਬੁਰਾ ਕਰਮ ਕਰਨ ਲੱਗਾ ਹੈ। ਅੰਦਰੋਂ ਆਤਮਾ ਵੀ ਆਵਾਜ਼ ਦਿੰਦੀ ਹੈ, ਜਦੋਂ ਜੀਵ ਪਾਪ ਕਰਨ ਲੱਗਦਾ ਹੈ ਨਾ, ਅੰਦਰੋਂ ਨਿਰੰਕਾਰ ਦੀ ਸੱਤਾ ਬੋਲਦੀ ਹੈ ਕਿ ਇਹ ਪਾਪ ਹੈ, ਪਰ ਉਹ ਆਪਣੇ ਮਨ ਨੂੰ ਦਬਾ ਦਿੰਦਾ ਹੈ ਉਸ ਆਵਾਜ਼ ਨੂੰ। ਸੁਲਹੀ ਖਾਨ ਨੂੰ ਇਉਂ ਪ੍ਰਤੀਤ ਹੋਇਆ ਜਦੋਂ ਚੜ੍ਹਿਆ ਨਾ, ਖੱਬੀ ਅੱਖ ਫੜਕ ਉੱਠੀ ਹੈ ਤੇ ਇਹਦੀ ਖੱਬੀ ਬਾਜੂ ਵੀ ਫੜਕਣ ਲੱਗ ਪਈ ਆ। ਸਿਰ ਬਾਇਸ ਬੈਠਿਓ ਦੁਖ ਧਾਮੂ। ਤੇ ਇਹ ਦੁੱਖ ਦਾ ਘਰ ਜਿਹੜਾ ਸਿਰ ਤੇ ਕਾਂ ਜਿਹੜਾ ਉਹ ਕਾਂ ਕਾਂ ਕਰ ਰਿਹਾ ਸੀ, ਉੱਤੋਂ ਦੀ ਲੰਘਿਆ ਏ। ਨਿਕਸਤ ਸ਼ੀਕ ਭਈ ਦਿਸ ਦਾਏ। ਤੇ ਫਿਰ ਨਿਕਲਦਿਆਂ ਛਿੱਕ ਵੱਜੀ। ਇਹ ਫਿਰ ਮੈਂ ਬੇਨਤੀ ਕਰਾਂ ਕਿ ਇਹਨਾਂ ਚੀਜ਼ਾਂ ਦਾ ਗੁਰਮੁਖਾਂ ਦੇ ਜੀਵਨ ਵਿੱਚ ਕੋਈ ਮੁੱਲ ਨਹੀਂ ਹੈ, ਪਰ ਕਈ ਵਾਰੀ ਕਥਾ 'ਚ ਸੁਣ ਕੇ ਕਹਿ ਦਿੰਦੇ ਆ, ਲਓ ਜੀ ਛਿੱਕ ਵੱਜ ਗਈ, ਹੁਣ ਘਰੋਂ ਨਹੀਂ ਤੁਰਨਾ, ਰੁਕ ਜੋ, ਗਧਾ ਹੀਂਗ ਪਿਆ, ਬਿੱਲੀ ਰਾਹ ਕੱਟ ਗਈ। ਉਹ ਗੁਰਸਿੱਖਾਂ ਦੇ ਜੀਵਨ ਵਿੱਚ ਇਹ ਗੱਲਾਂ ਮੈਨੇ ਨਹੀਂ ਰਖਾਉਂਦੀਆਂ। ਪਰ ਜਿਹੜਾ ਕੋਈ ਪਾਪੀ ਪੁਰਖ ਪਾਪ ਕਰਨ ਨੂੰ ਤੁਰ ਪੈਂਦਾ ਨਾ, ਉਹਨੂੰ ਫਿਰ ਇਹ ਸਾਧ ਸੰਗਤ ਜੀ ਕੁਦਰਤ ਦੇ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਕਿ ਉਹਨੂੰ ਸੰਕੇਤ ਮਿਲਦੇ। ਇਹ ਅਪਸ਼ਗਨ ਸੰਕੇਤ ਦੇ ਰਹੇ ਆ ਸੁਲਹੀ ਖਾਨ ਨੂੰ ਕਿ ਤੇਰੀ ਮੌਤ ਆ ਜਾਏਗੀ। ਤੇ ਕੀ ਹੋਇਆ, ਛਿੱਕ ਵੱਜ ਗਈ ਤੇ ਖੱਬੇ ਪਾਸਿਓਂ ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਵਹਿਰ ਕੋ ਫੇਰੋ ਹਰਨ ਪਲਾਏ। ਤੇ ਖੱਬੇ ਪਾਸੇ ਵੱਲੋਂ ਨਾ ਕੁਫੇਰੀ ਹਿਰਨਾਂ ਦੀ ਡਾਰ ਭੱਜੀ ਆਵੇ। ਜਿਹੜੀ ਸਾਹਮਣੇੋਂ ਕੋਈ ਭੱਜੀ ਆਉਂਦੀ ਹੋਈ ਚੀਜ਼ ਹੈ ਨਾ, ਉਹਨੂੰ
ਇਸ ਕਰਕੇ ਅਪਸ਼ਗਨ ਮੰਨਦੇ ਆ ਕਿ ਜਿਹੜੇ ਕੰਮ ਨੂੰ ਚੱਲਿਆ ਨਾ ਹੁਣ ਲੈ ਕੇ ਤੇਰੀ ਪੱਤ ਆਵੇਗੀ, ਤੇਰਾ ਕੰਮ ਪੂਰਾ ਨਹੀਂ ਹੋਵੇਗਾ। ਉਹ ਹਿਰਨਾਂ ਦੀ ਡਾਰ ਅੱਗੋਂ ਭੱਜੀ ਆਉਂਦੀ ਹੋਈ ਵੇਖੀ ਆ, ਖੱਬੇ ਪਾਸੇ ਤੋਂ ਲੰਘ ਗਈ ਆ। ਹੋਤੇ ਜੋ ਸੰਗੀ ਤਿਹ ਸਮਝਾਇਓ। ਕੁਝ ਚੰਗੇ ਵੀ ਆ ਜਿਹੜੇ ਅੱਲਾ ਦੀ ਇਬਾਦਤ ਕਰਦੇ ਆ, ਨਮਾਜ਼ੀ ਆ, ਉਹ ਕਹਿੰਦੇ ਸੁਲਹੀ ਖਾਨ ਆਹ ਗੱਲ ਠੀਕ ਨਹੀਂ ਹੋ ਰਹੀ, ਤੇ ਸਮਝਾਉਣ ਲੱਗ ਪਏ ਸੁਲਹੀ ਖਾਨ ਨੂੰ, ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਹੜੇ ਕੰਮੇ ਤੂੰ ਲੈ ਤੁਰਿਆ ਏ। ਗਾਨਕ ਸੌਨ ਕੋ ਹਮ ਲਖ ਪਾਇਓ। ਉਹ ਕਹਿੰਦੇ ਬਹੁਤ ਜ਼ਿਆਦੇ ਕੋ ਸਗਨ ਜਿਹੜੇ ਆ ਅਸੀਂ ਲੱਖ ਲਏ ਆ, ਜਾਣ ਲਏ, ਸਾਨੂੰ ਇਉਂ ਮਹਿਸੂਸ ਹੋ ਰਿਹਾ ਕਿ ਇਹ ਅਪਸ਼ਗਨ ਹੋ ਰਹੇ ਆ। ਸੁਖ ਸਰੀਰ ਕੀ ਚਾਹੀਏ ਤੁਮਾਰੇ। ਕਹਿੰਦੇ ਕਿਉਂਕਿ ਜਿਹੜਾ ਉਮਰਾਵ ਹੁੰਦਾ ਉਹਦੇ ਕਰਕੇ ਉਹਨਾਂ ਦੀਆਂ ਨੌਕਰੀਆਂ, ਕਹਿੰਦੇ ਸਾਨੂੰ ਤਾਂ ਤੇਰੇ ਸਰੀਰ ਦੀ ਸੁਖ ਚਾਹੀਦੀ ਹੈ, ਅਸੀਂ ਤਾਂ ਤੇਰੀ ਸਲਾਮਤੀ ਚਾਹੁੰਦੇ ਹਾਂ। ਇਨ ਕੋ ਫਲ ਦੁਰਦਸ਼ਾ ਵਿਚਾਰੇ। ਪਰ ਆ ਜਿਹੜੀਆਂ ਘਟਨਾਵਾਂ ਹੋਈਆਂ ਨਾ, ਜੋ ਕੁਝ ਸਾਹਮਣੇ ਵਾਪਰਿਆ, ਇਹਨਾਂ ਦਾ ਫਲ ਸਾਨੂੰ ਇਉਂ ਪ੍ਰਤੀਤ ਹੋ ਰਿਹਾ ਕਿ ਤੇਰੀ ਦੁਰਦਸ਼ਾ ਹੋਵੇਗੀ, ਸਾਡੀ ਸਭ ਦੀ ਹੀ ਬੁਰੀ ਹਾਲਤ ਹੋਵੇਗੀ ਤੇਰੇ ਤੋਂ ਬਿਨਾਂ। ਫਿਰ ਇਸ ਜੋ ਕੁਝ ਸੰਕੇਤ ਮਿਲ ਰਹੇ ਐ, ਇਹ ਸੰਕੇਤ ਇਹ ਕਹਿ ਰਹੇ ਆ ਕਿ ਬਹੁਤ ਭੈੜੀ ਹਾਲਤ ਹੋਵੇਗੀ। ਹਮ ਇਹ ਸਭ ਪਤਿਆਵਨ ਕੀਨੇ। ਤੇ ਅਸੀਂ ਇਹ ਸਾਰਾ ਕੁਝ ਪਤਿਆਉਣਾ ਕੀਤਾ, ਭਾਵ ਪਰਖਣਾ ਕੀਤਾ, ਵੇਖਣਾ ਕੀਤਾ ਏ। ਬੁਰਾ ਘਰੇ ਬਿਨ ਹੋਏ ਨਾ ਹੀਨੇ। ਇਹ ਜਿਹੜੇ ਅਪਸ਼ਗਨ ਹੋਏ, ਜਿਹੜੇ ਸੰਕੇਤ ਹੋਏ ਆ ਨਾ, ਬੁਰਾ ਕੀਤੇ ਤੋਂ ਬਿਨਾ ਇਹ ਟਲਦੇ ਨਹੀਂ। ਇਹ ਜੋ ਕੁਝ ਸੰਕੇਤ ਮਿਲਿਆ ਇਹ ਬੁਰਾ ਹੋ ਕੇ ਹੀ ਰਵੇਗਾ। ਸੁਨ ਸੁਲਹੀ ਬੋਲਿਓ ਮਨ ਮਾਨੀ। ਤੇ ਸੁਲਹੀ ਖਾਨ ਸੁਣ ਕੇ ਆਪਣੇ ਸਾਥੀਆਂ ਦੀਆਂ ਗੱਲਾਂ, ਬੜਾ ਮਨ ਦਾ ਮਾਨੀ ਹੰਕਾਰੀ ਹੈ, ਇਹ ਬੋਲਿਆ ਉਹਨਾਂ ਦੇ ਸਾਹਮਣੇ। ਕਹਾਂ ਵਿਚਾਰ ਕਰਤ ਹੋ ਬਾਣੀ। ਕਹਿੰਦਾ ਤੁਸੀਂ ਆਪਣੀਆਂ ਗੱਲਾਂ ਕਹਿੰਦੇ ਹੋ, ਕੀ ਤੁਸੀਂ ਸੋਚਦੇ ਹੋ, ਕੀ ਸੋਚ ਕੇ ਮੈਨੂੰ ਗੱਲ ਕਰ ਰਹੇ ਹੋ? ਮੈਂ ਕਿਆ ਚੱਲਿਓ ਜੁਧ ਕਿਤ ਕਰਬੇ। ਤੇ ਮੈਂ ਕਿਤੇ ਕੋਈ ਯੁੱਧ ਕਰਨ ਚੱਲਿਆ, ਕਿਉਂਕਿ ਇਹਨਾਂ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਕੋਲ ਕਿਹੜੀ ਫੌਜ ਆ ਕੋਈ, ਤੇ ਸਿੱਖ ਮਾਲਾ ਫੇਰਦੇ ਆ, ਉਹਨਾਂ ਕੋਲ ਕਿਹੜੇ ਸ਼ਸਤਰ ਅੱਗੋਂ ਲੜਨ ਨੂੰ। ਕਹਿੰਦੇ ਮੈਂ ਕਿਤੇ ਕੋਈ ਜੰਗ ਕਰਨ ਚੱਲਿਆ, ਮੈਂ ਕਿਹੜਾ ਕੋਈ ਯੁੱਧ ਕਰਨ ਲਈ ਚੱਲਿਆ ਹਾਂ। ਜਿਸ ਤੇ ਅਸ ਸੰਸੈ ਤੁਮ ਧਰਬੇ। ਤੇ ਜਿਸ ਕਰਕੇ ਤੁਸੀਂ ਇਹੋ ਜਿਹਾ ਸ਼ੰਕਾ ਮਨ ਵਿੱਚ ਧਰਨਾ ਕੀਤਾ, ਰੱਖਣਾ ਕੀਤਾ ਕਿ ਮੇਰਾ ਬੁਰਾ ਹੋਵੇਗਾ। ਆਪਣੇ ਦੇਸ਼ ਗਮਨ ਹਮ ਕੀਨਾ। ਅਸੀਂ ਆਪਣੇ ਦੇਸ਼ ਵਿੱਚ ਗਮਨ ਕਰ ਰਹੇ ਹਾਂ, ਭਾਵ ਜਾ ਰਹੇ ਹਾਂ, ਆਪਣੇ ਦੇਸ਼ ਵਿੱਚ ਵਿਚਰ ਰਹੇ ਹਾਂ। ਸਗਰੋ ਅਹੈ ਰਿਪਨ ਤੇ ਹੀਨਾ। ਤੇ ਸਾਰਾ ਦੇਸ਼ ਦੁਸ਼ਮਣਾਂ ਤੋਂ ਹੀਣਾ ਹੈ, ਭਾਵ ਖਾਲੀ ਹੈ, ਕੋਈ ਦੁਸ਼ਮਣ ਥੋੜੋ ਸਾਡਾ, ਇਹ ਤਾਂ ਸਾਡਾ ਆਪਣਾ ਦੇਸ਼ ਹੈ। ਇੱਕ ਹਿੰਦਨ ਗੁਰ ਸੋ ਮਮ ਬੈਰ। ਤੇ ਇੱਕ ਸਿੱਖਾਂ ਦੇ ਜਿਹੜੇ ਗੁਰੂ ਹੈ, ਜਿਨ੍ਹਾਂ ਨੂੰ ਸਭ ਹਿੰਦੂ ਮੁਸਲਮਾਨ ਭਾਵੇਂ ਮੰਨਦੇ ਹੈ, ਪਰ ਕਹਿੰਦਾ ਮੇਰਾ ਵੈਰ ਤਾਂ ਉਹਨਾਂ ਨਾਲ ਹੈ ਨਾ। ਇਹ ਜਦੋਂ ਪ੍ਰਿਥੀ ਚੰਦ ਨੇ ਪੁਕਾਰ ਕੀਤੀ ਸੀ ਨਾ ਜਹਾਂਗੀਰ ਕੋਲ, ਤੇ ਉਸ ਪੁੱਛਿਆ ਸੀਗਾ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਕਿਨ ਕੀਤਾ। ਜਦੋਂ ਇਹਨੇ ਪੁਕਾਰ ਕੀਤੀ ਮੇਰਾ ਹੱਕ ਆ, ਮੈਨੂੰ ਮਿਲਣਾ ਚਾਹੀਦਾ, ਗੁਰਤਾ ਗੱਦੀ ਜਿਹੜੀ ਆ ਉਹ ਮੇਰੀ ਜਾਇਦਾਦ ਆ, ਤੇ ਉਹਨੇ ਇੱਕੋ ਹੀ ਗੱਲ ਪੁੱਛੀ ਕਿ ਗੁਰੂ ਅਰਜਨ ਸਾਹਿਬ ਨੂੰ ਗੁਰੂ ਕਿਨ ਕੀਤਾ। ਤੇ ਪ੍ਰਿਥੀ ਚੰਦ ਫਿਰ ਸ਼ਰਮਿੰਦਾ ਹੋਇਆ, ਕਹਿੰਦਾ ਕੀਤਾ ਤਾਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਹੈ। ਤੇ ਫਿਰ ਜਹਾਂਗੀਰ ਕਹਿੰਦਾ ਜੇ ਗੁਰੂ ਰਾਮਦਾਸ ਸਾਹਿਬ ਨੇ ਆਪ ਉਹਨਾਂ ਨੂੰ ਗੁਰੂ ਕੀਤਾ ਤੇ ਫਿਰ ਕੌਣ ਹਟਾ ਸਕਦਾ। ਇਹ ਉਸ ਸਮੇਂ ਦੇ ਬਾਦਸ਼ਾਹ ਨੇ ਵੀ ਇਹ ਗੱਲ ਕਹੀ ਭਈ ਜੇ ਸਾਡੇ ਵੱਲੋਂ ਤੁਸੀਂ ਗੁਰੂ ਪੁੱਤਰਾਂ, ਅਸੀਂ ਤਾਂ ਗੁਰੂ ਘਰ ਦੇ ਝਗੜੇ 'ਚ ਨਹੀਂ ਆਉਣਾ ਚਾਹੁੰਦੇ, ਭਾਵੇਂ ਕਿ ਉਦੋਂ ਉਹਦੀ ਇਹ ਨੀਤੀ ਸੀ, ਪਰ ਉਹਦੀ ਆਪਣੀ ਲਿਖੀ ਕਿਤਾਬ ਦੇ ਅੰਦਰ ਵੀ ਗੁਰੂ ਘਰ ਦੇ ਪ੍ਰਤੀ ਉਸ ਦੀਆਂ ਜਿਹੋ ਜਿਹੀਆਂ ਨੀਤੀਆਂ ਸਾਨੂੰ ਪ੍ਰਗਟ ਹੋਈਆਂ ਜਦੋਂ ਸਤਿਗੁਰੂ ਦੀ ਸ਼ਹਾਦਤ ਹੁੰਦੀ ਹੈ। ਪਰ ਉਸਨੇ ਉਸ ਵਕਤ ਕਿਹਾ ਕਿ ਜਿਨ੍ਹਾਂ ਨੂੰ ਆਪ ਖੁਦ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਕੀਤਾ, ਅਸੀਂ ਕੀ ਕਰ ਸਕਦੇ ਹਾਂ। ਤੇ ਇਹ ਜਿਹੜਾ ਸੁਲਹੀ ਖਾਨ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਜਿਵੇਂ ਚੜ੍ਹ ਕੇ ਆ ਰਿਹਾ ਹੈ,
ਇਹ ਸੋਚਦਾ ਹੈ, ਆਪਣੇ ਸਾਥੀਆਂ ਨੂੰ ਕਹਿੰਦਾ ਹੈ, ਕਿਹੜਾ ਕੋਈ ਦੇਸ਼ ਬਗਾਨਾ ਹੈ, ਕਿਹੜਾ ਕੋਈ ਦੁਸ਼ਮਣ ਹੈ ਜਿਹਦੇ ਤੋਂ ਤੁਸੀਂ ਮੈਨੂੰ ਡਰਾ ਰਹੇ ਹੋ। ਤਿਸ ਗਹਿ ਲੇਹੋ ਅਪਰ ਸਭ ਖੈਰ, ਪਿਛਲੀ ਪੰਕਤੀ ਪੜ੍ਹੋ। ਇਕ ਹਿੰਦਨ ਗੁਰ ਸੋ ਮਮ ਬੈਰ। ਕਹਿੰਦਾ ਇੱਕ ਸਿੱਖਾਂ ਦੇ ਗੁਰੂ ਜਿਨ੍ਹਾਂ ਨੂੰ ਹਿੰਦੂ ਪੂਜਦੇ ਆ ਗੁਰੂ ਜਾਣ ਕਰਕੇ, ਉਹਨਾਂ ਨਾਲ ਮੇਰਾ ਵੈਰ ਹੈ। ਇਹਦਾ ਸਤਿਗੁਰੂ ਜੀ ਤਾਂ ਨਿਰਵੈਰ ਹੈ, ਮਹਾਰਾਜ ਤਾਂ ਕਿਸੇ ਨਾਲ ਵੀ ਵੈਰ ਨਹੀਂ ਕਰਦੇ। ਇਹ ਚੰਦੂ ਕਰਕੇ ਤੇ ਪ੍ਰਿਥੀ ਚੰਦ ਕਰਕੇ ਵੈਰ ਪਾਈ ਫਿਰਦਾ। ਕਹਿੰਦਾ ਇੱਕ ਉਹਨਾਂ ਨਾਲ ਮੇਰਾ ਵੈਰ ਹੈ। ਤਿਸ ਗਹਿ ਲੇਹੋ ਅਪਰ ਸਭ ਖੈਰ। ਕਹਿੰਦਾ ਉਹਨਾਂ ਨੂੰ ਪਕੜ ਲਾਂਗਾ, ਬਾਕੀ ਸਭ ਤਾਂ ਠੀਕ ਠਾਕ ਹੈ, ਉਹਨਾਂ ਨੂੰ ਜਾ ਕੇ ਪਕੜਨਾ ਇਹ ਮੇਰਾ ਮਨੋਰਥ ਹੈ। ਅਹੈ ਫਕੀਰਨ ਕੇ ਸਮ ਸੋਈ। ਤੇ ਉਹ ਤਾਂ ਫਕੀਰਾਂ ਦੇ ਸਮਾਨ ਹਨ। ਉਹ ਕਰੋੜੀਆ ਜਿਹੜਾ ਲਾਹੌਰ ਦਾ ਸੀ ਨਾ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਉੱਪਰ ਚੜ੍ਹ ਕੇ ਆਇਆ ਸੀ। ਉਹ ਜਦੋਂ ਚੜ੍ਹਨ ਲੱਗਾ ਨਾ ਘੋੜੀ ਤੇ ਪੱਗ ਲੱਥ ਕੇ ਉਹ ਡਿੱਗ ਗਈ। ਉਹਦੇ ਸਾਥੀ ਕਹਿੰਦੇ ਉਹ ਇੱਕ ਅਪਸ਼ਗਨ ਹੋਇਆ ਹੀ, ਤੂੰ ਗੁਰੂ ਨਾਨਕ ਸਾਹਿਬ ਤੇ ਚੜ੍ਹ ਕੇ ਚੱਲਿਆ, ਤੇਰੀ ਪੱਗ ਲੱਥੀ ਹੈ, ਤੇਰੀ ਨਰਾਦਰੀ ਹੋਊਗੀ। ਕਹਿੰਦਾ ਗੁਰੂ ਸਾਹਿਬ ਦੀ ਬਾਬਤ ਬੁਰੇ ਸ਼ਬਦ ਬੋਲ ਕੇ ਇਹ ਫਿਰ ਜਦੋਂ ਮਹਾਰਾਜ ਦੇ ਉੱਪਰ ਚਾੜੀ ਆਇਆ ਤੇ ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਗੁਰੂਦੇਵ ਦੇ ਨੇੜੇ ਨਹੀਂ ਆਪ ਆਇਆ, ਦਿਸਣੋਂ ਹੀ ਹਟ ਜਾਂਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸੀ, ਜਦੋਂ ਸੁੱਧ ਭਾਵਨਾ ਲੈ ਕੇ ਆਇਆ ਫਿਰ ਗੁਰੂਦੇਵ ਦਾ ਦਰਸ਼ਨ ਹੋਇਆ। ਸੱਚੇ ਪਾਤਸ਼ਾਹ ਨੇ ਇਹਨੂੰ ਵੀ ਸਿੱਖੀ ਬਖਸ਼ਿਸ਼ ਕੀਤੀ। ਇਹ ਸੁਲਹੀ ਖਾਨ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਬਤ ਸਮਝਦਾ ਹੈ ਕਿ ਕੇਵਲ ਮਾਲਾ ਹੀ ਫੇਰਦੇ ਆ, ਫਕੀਰ ਲੋਕ ਹੈ, ਇਹਨਾਂ ਕੋਲ ਕਿਹੜੀ ਕੋਈ ਤਾਕਤ ਹੈ। ਪਰ ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੀ ਹੈ ਕਿ ਰੱਬ ਦੇ ਸੇਵਕ ਦੇ ਹੱਥ ਤੇ ਹੀ ਸਭ ਕੁਝ ਧਰਿਆ ਹੁੰਦਾ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਧੰਨ ਸੱਚੇ ਪਾਤਸ਼ਾਹ ਇੰਨੀ ਅਜਰ ਸ਼ਕਤੀ ਨੂੰ ਜਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਸਦਾ ਹੀ। ਸਿੱਖਾਂ ਨੂੰ ਨਿਮਰਤਾ ਰੱਖਣ ਦੀ ਜਾਚ ਸਿਖਾਉਂਦੇ ਆ। ਸ਼ਕਤੀ ਬਾਣੀ ਨਾਲ ਨਾਮ ਜਪਿਆ ਪ੍ਰਾਪਤ ਹੁੰਦੀ ਹੈ, ਉਸ ਨੂੰ ਬਰਦਾਸ਼ਤ ਕਰਨ ਦੀ ਸੱਚੇ ਪਾਤਸ਼ਾਹ ਮਹਾਰਾਜ ਸਿੱਖਿਆ ਦਿੰਦੇ ਆ ਗਰੀਬ ਨਵਾਜ। ਇਹ ਸੁਲਹੀ ਖਾਨ ਕਹਿੰਦਾ ਮਾਲਾ ਫੇਰਦੇ ਆ ਫਕੀਰ ਲੋਕ ਹੈ, ਕੀ ਉਹ ਮੇਰਾ ਵਿਗਾੜ ਸਕਦੇ ਆ। ਆਯੁਧ ਧਰਤਾ ਤੀਰ ਨਾ ਕੋਈ। ਨਾ ਉਹ ਸ਼ਸਤਰ ਧਰਦੇ ਆ, ਨਾ ਕੋਈ ਉਹਨਾਂ ਕੋ ਤੀਰ ਕਮਾਨ ਹੈ। ਪ੍ਰਥਮ ਸਖਾ ਸੋ ਮਿਲ ਹਉ ਆਪਣੇ। ਪਹਿਲਾਂ ਮੈਂ ਆਪਣੇ ਮਿੱਤਰ ਪ੍ਰਿਥੀ ਚੰਦ ਨੂੰ ਜਾ ਕਰਕੇ ਮਿਲਣਾ ਕਰਾਂਗਾ। ਦੇਸ਼ ਬਿਖੈ ਮੁਝ ਤਰਾਸ ਨਾ ਸੁਪਨੇ। ਤੇ ਮੈਨੂੰ ਤਾਂ ਸੁਪਨੇ ਵਿੱਚ ਵੀ ਡਰ ਨਹੀਂ, ਇਸ ਦੇਸ਼ ਵਿੱਚ ਆਪਣੇ ਵਿੱਚ ਵਿਚਰਦਿਆਂ ਹੋਇਆ ਸੁਪਨੇ ਮਾਤਰ ਵੀ ਮੈਨੂੰ ਕੋਈ ਭੈ ਨਹੀਂ ਹੈ। ਪੁਨ ਮਾਝੇ ਤੇ ਲੈ ਧਨ ਘਨੋ। ਤੇ ਫਿਰ ਮੈਂ ਕਹਿੰਦਾ ਮਾਝੇ ਤੋਂ ਬਾਹਲਾ ਜ਼ਿਆਦਾ ਧਨ ਲੈ ਕੇ ਮਾਮਲਾ ਅਗਰਾ ਕਰਕੇ ਜਹਾਂ ਸੋ ਗਹਾਂ ਕਿਦੋ ਤਿਸ ਹਨੋ। ਕਹਿੰਦਾ ਚਾਹਾਂ ਤਾਂ ਪਕੜ ਲਾਂ, ਚਾਹਾਂ ਤਾਂ ਫਿਰ ਉਹਨਾਂ ਨੂੰ ਮਾਰ ਦਿਆਂ, ਇਹ ਤਾਂ ਮੇਰੀ ਮਰਜ਼ੀ ਹੈ ਨਾ, ਐਡਾ ਹੰਕਾਰੀ ਹੈ। ਕਹਿੰਦਾ ਪਹਿਲਾਂ ਮਾਮਲਾ ਇਕੱਠਾ ਕਰਾਂਗਾ, ਫਿਰ ਜੀ ਕਰਾਂਗਾ ਤਾਂ ਗ੍ਰਿਫਤਾਰ ਕਰ ਲਾਂਗਾ, ਜੀ ਕਰੇਗਾ ਤੇ ਮਾਰ ਦਿਆਂਗੇ। ਸ਼ਾਹੋ ਸਮੀਪ ਸਹਾਇਕ ਮੇਰਾ। ਕਹਿੰਦਾ ਬਾਦਸ਼ਾਹ ਦੇ ਕੋਲ ਵੀ ਮੇਰਾ ਸਹਾਇਕ ਬੈਠਾ ਚੰਦੂ, ਕਿਉਂਕਿ ਤੁਰਨ ਲੱਗਿਆ ਉਹਨੂੰ ਕਹਿ ਕੇ ਆਇਆ ਸੀ ਵੀ ਮੈਂ ਆਹ ਕੰਮ ਕਰਨਾ ਹੀ ਤੇ ਤੂੰ ਖਿਆਲ ਰੱਖੀ ਕੋਈ ਬਾਦਸ਼ਾਹ ਦੇ ਕੋਲ ਗੱਲਬਾਤ ਨਾ ਕਰੇ ਕੋਈ ਗੁਰੂ ਸਾਹਿਬ ਦੀ, ਕਿਉਂਕਿ ਇੱਕ ਵਜ਼ੀਰ ਖਾਂ ਵਜ਼ੀਰ ਹੋਇਆ। ਉਹ ਜਦੋਂ ਕਿਤੇ ਬਾਦਸ਼ਾਹ ਕੰਨਾਂ ਦੇ ਕੱਚੇ ਬੜੇ ਹੋਏ, ਬਹੁਤ ਗੱਲਾਂ, ਕਿਉਂਕਿ ਚੰਦੂ ਨੇ ਸਾਰੀ ਕਚਹਿਰੀ ਖਰੀਦ ਲਈ ਸੀ। ਜਿਹੜਾ ਵੀ ਕੋਈ ਬੋਲੇ ਗੁਰੂ ਸਾਹਿਬ ਦੇ ਉਲਟੀ ਬੋਲੇ, ਇੱਥੋਂ ਤੱਕ ਕਹੇ ਕਿ ਉਹ ਚੋਰ ਤੇ ਠੱਗਾਂ ਨੂੰ ਰੱਖਦੇ, ਚੋਰੀਆਂ ਕਰਾਉਂਦੇ। ਤੇ ਵਜ਼ੀਰ ਖਾਨ ਨੂੰ ਪੁੱਛਿਆ, ਵਜ਼ੀਰ ਖਾਨ ਨੇ ਆਖਿਆ ਬਾਦਸ਼ਾਹ ਜੇ ਮੈਥੋਂ ਪੁੱਛਦਾ ਤਾਂ ਉਹ ਅੱਲਾ ਦਾ ਪ੍ਰਤੱਖ ਰੂਪ ਨੇ। ਗੁਰੂਦੇਵ ਇਸ ਧਰਤੀ ਦੇ ਉੱਤੇ ਅੱਲਾ ਦੀ ਨਿਆਮਤ ਨੇ, ਉਹਨਾਂ ਦੇ ਦਰਸ਼ਨ ਕੋਈ ਮੁਸਲਮਾਨ ਵੀ ਕਰਦਾ ਹੈ ਤੇ ਨਿਹਾਲ ਹੋ ਜਾਂਦਾ ਹੈ, ਕਿਉਂਕਿ ਵਜ਼ੀਰ ਖਾਨ ਦਾ ਰੋਗ ਗੁਰੂਦੇਵ ਦੀ ਕਿਰਪਾ ਨਾਲ ਹਟਿਆ ਸੀ। ਇਹ ਸੁਖਮਨੀ ਸਾਹਿਬ ਦਾ ਨਿਤਨੇਮੀ ਸੀਗਾ ਵਜ਼ੀਰ ਖਾਨ। ਤੇ ਚੰਦੂ ਨੂੰ ਕੋਲ ਛੱਡ ਕੇ ਇਸ ਕਰਕੇ ਕਹਿ ਕੇ ਆਇਆ ਸੀ ਵੀ ਤੇਰਾ ਬਦਲਾ ਮੈਂ ਲਊਂ, ਕਿਉਂਕਿ ਤੇਰੀ ਪੁੱਤਰੀ ਦਾ ਨਾਤਾ ਮੋੜਿਆ।
ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦੋ ਨਾਤੇ ਹੋ ਚੁੱਕੇ ਸੀ। ਬੜੀ ਠਾਠ ਨਾਲ ਮਹਾਰਾਜ ਨੇ ਵਿਆਹ ਕਾਰਜ ਕੀਤਾ ਤੇ ਇਤਿਹਾਸ ਜ਼ਿਕਰ ਕਰਦਾ ਹੈ ਕਿ ਵਿਆਹ ਕਾਰਜ ਦੇ ਸਮੇਂ ਗੁਰੂ ਦੇਵ ਨੇ ਪੱਤਰਕਾ ਲਿਖੀ ਸੀ ਪਿਰਥੀ ਚੰਦ ਜੀ ਦੇ ਨਾਂ ਤੇ। ਬੜੀ ਨਿਮਰਤਾ ਨਾਲ ਹਜੂਰ ਨੇ ਆਖਿਆ ਸੀ, ਪਿਰਥੀ ਚੰਦ ਜੀ ਤੁਸੀਂ ਵੱਡੇ ਭਰਾ ਹੋ ਤੇ ਇਸ ਸਮੇਂ ਸਾਰੀਆਂ ਰਸਮਾਂ ਤੁਹਾਡੇ ਹੱਥੀਂ ਹੋਣਗੀਆਂ ਤੇ ਤੁਸੀਂ ਸਾਨੂੰ ਜੋ ਦੇ ਦਿਆ ਕਰੋਗੇ ਅਸੀਂ ਉਹ ਛਕ ਲਿਆ ਕਰਾਂਗੇ, ਤੁਸੀਂ ਘਰ ਆ ਜਾਓ। ਇੰਨਾ ਮਹਾਰਾਜ ਸਤਿਕਾਰ ਕੀਤਾ। ਪਿਰਥੀ ਚੰਦ ਪਤਾ ਕੀ ਜਵਾਬ ਦਿੱਤਾ ਸੀ? ਕਿਹਾ ਹੁਣ ਮੈਨੂੰ ਡਰਦੇ ਸੱਦਦੇ ਹੋ, ਹੁਣ ਤਾਂ ਉਦੋਂ ਪਤਾ ਲੱਗੂ ਜਦੋਂ ਪੁੱਤਰ ਸਮੇਤ ਕੈਦ ਕਰ ਦਿੱਤਾ ਤੇ ਗੁਰਿਆਈ ਦੇ ਮੈਂ ਮਾਲਕ ਬਣ ਬੈਠਾਂਗਾ। ਐਡੀ ਮੱਤ ਮਾਰੀ ਗਈ ਸੀ। ਸੱਚੇ ਪਾਤਸ਼ਾਹ ਮਹਾਰਾਜ ਹਜੂਰ ਦੇ ਉੱਪਰ ਇਹ ਸੁਲਹੀ ਖਾਨ ਚੜ ਕੇ ਆ ਰਿਹਾ ਤੇ ਕਹਿ ਰਿਹਾ ਕਿ ਬਾਦਸ਼ਾਹ ਦੇ ਕੋਲ ਮੇਰੀ ਗੱਲ ਕਰਨ ਵਾਸਤੇ ਚੰਦੂ ਹੈ, ਤੁਸੀਂ ਮੈਨੂੰ ਕੀ ਭੈ ਕਰ ਦੇ ਰਹੇ ਹੋ? ਚੰਦੂ ਬਲੀ ਦੀਵਾਨ ਬਡੇਰਾ। ਤੇ ਚੰਦੂ ਬੜਾ ਬਲੀ ਹੈ, ਵੱਡਾ ਦੀਵਾਨ ਹੈ। ਅੱਜ ਕੱਲ ਦੇ ਰਾਸ਼ਟਰਪਤੀ ਨਾਲੋਂ ਵੱਧ ਤਾਕਤ ਰੱਖਦਾ ਸੀਗਾ ਤੇ ਉਹਦੀ ਹਾਲਤ ਵੇਖ ਲਓ, ਇਤਿਹਾਸ ਦੱਸਦਾ ਹੈ। ਪਰ ਫਿਰ ਵੀ ਜਿਹੜੇ ਚੰਦੂ ਦੀ ਔਲਾਦ ਹੈ ਨਾ, ਚੰਦੂ ਵਰਗੀ ਤਾਕਤ ਹਾਸਲ ਕਰ ਜਾਂਦੇ। ਅੱਜ ਵੀ ਗੁਰੂ ਘਰ ਦੀ ਸ਼ਕਤੀ ਨੂੰ ਮਖੌਲ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਰ ਗੁਰੂ ਘਰ ਦੀ ਸ਼ਕਤੀ ਇਹ ਕੇਵਲ ਆ ਸੰਸਾਰ ਦੀਆਂ ਕਾਨੂੰਨ ਦੀਆਂ ਸ਼ਕਤੀਆਂ ਨਹੀਂ, ਇਹਨਾਂ ਤੋਂ ਕਿਤੇ ਉੱਪਰ ਸ਼ਕਤੀ ਹੈ, ਰੱਬੀ ਸ਼ਕਤੀ ਹੈ। ਇਸ ਤੋਂ ਡਰਨਾ ਚਾਹੀਦਾ। ਕਹਿੰਦਾ ਚੰਦੂ ਵੱਡਾ ਦੀਵਾਨ ਹੈ, ਇੱਕ ਮਨੁੱਖੀ ਸਰੀਰ ਨੂੰ ਇੰਨਾ ਵੱਡਾ ਮੰਨ ਰਿਹਾ ਤੇ ਮੇਰਾ ਸਹਾਇਕ ਹੈ। ਮੈਂ ਅਪਸ਼ਗਨ ਵਿਚਾਰੋ ਕੈਸੇ। ਆਪਣੇ ਸਾਥੀਆਂ ਨੂੰ ਕਹਿੰਦਾ ਆ ਜਿਹੜੇ ਅਪਸ਼ਗਨ ਬੁਰੇ ਸੰਕੇਤ ਤੁਸੀਂ ਦੱਸ ਰਹੇ ਹੋ ਤੇ ਮੈਂ ਕਿਵੇਂ ਵਿਚਾਰਾਂ ਇਹਨਾਂ ਨੂੰ? ਇਹ ਤਾਂ ਕੁਛ ਨਹੀਂ, ਇਹਨਾਂ ਦੀ ਕਿਹੜੀ ਗੱਲ ਹੈ? ਬੜੇ ਹੰਕਾਰ ਨਾਲ ਬੋਲਿਆ ਏ। ਕੋ ਹੋਏ ਸਨਮੁਖ ਲਖੋ ਨਾ ਐਸੇ। ਕਹਿੰਦਾ ਕੌਣ ਹੋਵੇਗਾ ਮੇਰੇ ਸਾਹਮਣੇ? ਮੈਂ ਨਹੀਂ ਇਸ ਪ੍ਰਕਾਰ ਲਖਦਾ, ਜਾਣਦਾ, ਸਮਝਦਾ ਕਿ ਮੇਰੇ ਸਾਹਮਣੇ ਕੋਈ ਖਲੋ ਸਕਦਾ, ਅੜ ਸਕਦਾ ਏ। ਇਮ ਕਹਿ ਸਨੇ ਸਨੇ ਮਗ ਚਾਲਾ। ਇਉਂ ਕਹਿ ਕਰਕੇ ਇਹ ਸੁਲਹੀ ਖਾਨ ਸਨੇ ਸਨੇ ਹੌਲੀ ਹੌਲੀ ਰਸਤੇ ਤੇ ਚੱਲ ਪਿਆ। ਦੁਸ਼ਟ ਹਿਰਦੇ ਅਹੰਕਾਰ ਵਿਸਾਲਾ। ਇਸ ਦੁਸ਼ਟ ਪਾਪੀ ਸੁਲਹੀ ਖਾਨ ਦੇ ਹਿਰਦੇ ਵਿੱਚ ਬੜਾ ਵੱਡਾ ਹੰਕਾਰ ਹੈ। ਪੁੱਤਰ ਸਖਾ ਸਭ ਸੰਗ ਲਏ ਹੈ। ਆਪਣੇ ਪੁੱਤਰ ਨੂੰ, ਆਪਣੇ ਸਖਾ ਜਿਹੜੇ ਬਾਹਲਾ ਪ੍ਰੇਮ ਕਰਦੇ ਉਹਨਾਂ ਨੂੰ ਸਖਾ ਕਹਿੰਦੇ ਆ, ਤੇ ਆਪਣੇ ਸਾਥੀ ਤੇ ਸਿਪਾਹੀ ਫੌਜ ਸਾਰੀ ਨਾਲ ਲੈ ਲਈ ਹੈ। ਦਿਵਸ ਚਲ ਹੈ ਥਿਰ ਨਿਸਾ ਭਏ ਹੈ। ਦਿਨ ਨੂੰ ਇਹ ਚਾਲਾਂ ਪਾਉਂਦੇ ਆ, ਰਾਤ ਪੈਂਦੀ ਤੇ ਪੜਾਅ ਕਰ ਲੈਂਦੇ ਆ, ਰੁਕ ਜਾਂਦੇ ਆ। ਗਮਨਤ ਮਗ ਸਗਰੋ ਉਲੰਘਾਇਓ। ਤੇ ਜਦੋਂ ਚਲਦਿਆਂ ਸਾਰਾ ਰਸਤਾ ਲੰਘ ਆਇਆ ਇਹ ਸੁਲਹੀ ਖਾਨ। ਕੋਠੇ ਗ੍ਰਾਮ ਦਿਸ਼ਾ ਸਮੇ ਆਇਓ। ਸਾਧ ਸੰਗਤ ਜੀ ਉਹ ਕੋਠੇ ਨਗਰ ਦੀ ਜਦੋਂ ਰਸਤੇ ਤੇ ਸਿੱਧਾ ਆਇਆ ਨਾ ਇਹ ਸੁਲਹੀ ਖਾਨ, ਦੂਰੋਂ ਘੋੜਿਆਂ ਦੀ ਫੌਜ ਆਉਂਦੀ ਦਿਸਦੀ ਹੈ। ਇਹ ਕੋਠਾ ਅੱਜ ਵੀ ਉੱਥੇ ਤੁਸੀਂ ਜਾਓ ਤੇ ਵੇਖੋ, ਹਰਮੰਦਰ ਸਾਹਿਬ ਦੀ ਨਕਲ ਤੇ ਉੱਥੇ ਜਿਹੜੀ ਇਮਾਰਤ ਬਣੀ ਹੋਈ ਹੈ ਉਹ ਪਿਰਥੀ ਚੰਦ ਨੂੰ ਇਹਨ ਬਣਾ ਕੇ ਦਿੱਤੀ ਸੀ ਬਾਦਸ਼ਾਹ ਦੀ ਸਹਿਮਤੀ ਨਾਲ ਵੀ ਤੂੰ ਇੱਥੇ ਬਣਾ ਲੈ। ਤੇ ਪਰ ਸਾਧ ਸੰਗਤ ਜੀ ਜਿੱਥੇ ਗੁਰੂਦੇਵ ਨੇ ਵਾਕ ਕਹੇ ਹੈ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧਹੁ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਉਹ ਕੇਵਲ ਤੇ ਕੇਵਲ ਇੱਕੋ ਹੀ ਸਥਾਨ ਹੈ ਸੰਸਾਰ ਦੇ ਅੰਦਰ, ਇਸ ਕਾਇਨਾਤ ਦੇ ਅੰਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਪਏ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਹੈ। ਜਿੱਥੇ 68 ਘਾਟ ਹੈ ਨਾ ਸਰੋਵਰ ਦੇ ਕੰਢੇ ਤੇ, ਉੱਥੇ ਗੁਰੂ ਨਾਨਕ ਸਾਹਿਬ ਜੀ ਬੈਠਦੇ ਰਹੇ ਹੈ, ਗੁਰੂ ਅੰਗਦ ਸਾਹਿਬ ਬੈਠਦੇ ਰਹੇ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਉਸ ਅਸਥਾਨ ਨੂੰ। ਤਾਂ ਹਜ਼ੂਰ ਨੇ ਇਸੇ ਕਰਕੇ ਕਿਹਾ ਕਿ ਇਸ ਨੂੰ ਤਾਂ ਆਪ ਨਿਰੰਕਾਰ ਨੇ ਸਿਰਜਿਆ ਹੈ, ਇਸ ਕਰਕੇ ਇਸ ਥਾਂ ਵਰਗਾ, ਇਸ ਧਰਤੀ ਵਰਗਾ, ਇਸ ਅਸਥਾਨ ਵਰਗਾ ਕੋਈ ਹੋਰ ਅਸਥਾਨ ਨਹੀਂ ਹੋ ਸਕਦਾ। ਪਰ ਯਤਨ ਕੀਤਾ ਪਿਰਥੀ ਚੰਦ ਨੇ, ਪਰ ਯਤਨ ਸਫਲ ਨਹੀਂ ਹੋ ਸਕਿਆ। ਇਹ ਇਤਿਹਾਸ ਬਣ ਗਿਆ ਨਾ। ਤੇ ਜਦੋਂ ਉਸ ਕੋਠੇ ਨਗਰ ਦੇ ਸਾਹਮਣੇ ਆਇਆ ਸੁਲਹੀ ਖਾਨ, ਬੜਾ ਚੜ ਕਰਕੇ, ਬੜੇ ਲਾਹੋ ਲਸ਼ਕਰ ਸਮੇਤ ਆ ਰਿਹਾ ਏ।
ਏਕ ਮਜ਼ਲ ਨਰ ਪਠਿਓ ਅਗਾਰੀ। ਇੱਕ ਮੰਜ਼ਲ ਪਹਿਲਾਂ ਹੀ ਭਾਵ ਮਜ਼ਲ ਕਹਿੰਦੇ ਆ ਪੜਾ ਨੂੰ, ਇੱਕ ਪੜਾ ਪਹਿਲਾਂ ਹੀ ਇੱਕ ਜਿਹੜਾ ਸੀ ਨਾ ਆਪਣਾ ਨੌਕਰ ਅੱਗੇ ਭੇਜ ਦਿੱਤਾ। ਪ੍ਰਿਥੀਏ ਕੋ ਸੁਧ ਜਾਏ ਉਚਾਰੀ। ਪ੍ਰਿਥੀ ਚੰਦ ਨੂੰ ਜਾ ਕੇ ਉਹ ਖਬਰ ਦੱਸੀ ਕਿ ਸੁਲਹੀ ਖਾਨ ਆ ਰਿਹਾ ਹੈ, ਬੜੀ ਫੌਜ ਦੇ ਸਮੇਤ। ਸੁਲਹੇ ਸਖਾ ਤੋਹੇ ਚੱਲ ਆਇਓ। ਕਿ ਪ੍ਰਿਥੀ ਚੰਦ ਜੀ ਤੁਹਾਡਾ ਜਿਹੜਾ ਸਖਾ ਮਿੱਤਰ ਹੈ ਨਾ ਸੁਲਹੀ ਖਾਨ, ਉਹ ਚੱਲ ਕੇ ਆ ਗਿਆ ਏ। ਮਿਲਨ ਹੇਤ ਹੀਰੋ ਲਲਚਾਇਓ। ਤੇ ਮਿਲਣ ਵਾਸਤੇ ਫਿਰ ਇਹ ਜਾਣੋ ਨੌਕਰ ਵੀ ਕਹਿ ਰਿਹਾ ਕਿ ਸੁਲਹੀ ਖਾਨ ਦਾ ਤੁਹਾਨੂੰ ਮਿਲਣ ਨੂੰ ਹਿਰਦਾ ਬੜਾ ਲਲਚਾਇਆ ਏ, ਬੜੀ ਖਾਹਿਸ਼ ਹੈ ਉਸ ਦੇ ਮਨ ਅੰਦਰ। ਸੁਣ ਫੂਲਿਓ ਜਨ ਗੁਰਤਾ ਪਾਈ। ਸੁਣ ਕੇ ਨਾ ਪ੍ਰਿਥੀ ਚੰਦ ਫੁੱਲ ਗਿਆ, ਇਉਂ ਉਹਨੇ ਮਹਿਸੂਸ ਕੀਤਾ ਵੀ ਲੈ ਵੀ ਗੁਰਿਆਈ ਮਿਲ ਗਈ, ਗੁਰਤਾ ਗੱਦੀ ਮਿਲ ਗਈ ਮੈਨੂੰ, ਇੰਨਾ ਖੁਸ਼ ਹੋ ਗਿਆ। ਅੱਜ ਵੀ ਕਈ ਡੇਰਿਆਂ ਦੀਆਂ ਦਸਤਾਰਾਂ ਉਹ ਪੁਲਿਸ ਦੇ ਆਸਰੇ ਖੋਣਾ ਚਾਹੁੰਦੇ ਆ, ਇਹੋ ਜੀਆਂ ਤੁਸੀਂ ਨਿਤ ਘਟਨਾਵਾਂ ਸੁਣਦੇ ਹੀ ਆ। ਤੇ ਜਿਹੜਾ ਕਾਨੂੰਨ ਜਾਂ ਬਾਬਰਕਿਆਂ ਨੂੰ ਵਿੱਚ ਲੈ ਕੇ ਗੁਰੂ ਘਰ ਦੀ ਕੋਈ ਪਦਵੀ ਹਾਸਲ ਕਰਨਾ ਚਾਹੁੰਦਾ ਹੈ, ਸੰਸਾਰ 'ਚ ਤਾਂ ਥੋੜੇ ਦਿਨ ਸਲਾਮਾਂ ਹੋ ਜਾਣਗੀਆਂ, ਪਰ ਗੁਰੂਦੇਵ ਦੇ ਦਰ ਤੇ ਨਹੀਂ ਪੂਰਾ ਪੈ ਸਕਦਾ। ਸੱਚੇ ਪਾਤਸ਼ਾਹ ਦਾ ਪਿਆਰ ਖੁੱਸ ਜਾਵੇਗਾ, ਜੀਵਨ ਸਭ ਬਰਬਾਦ ਹੋ ਜਾਵੇਗਾ। ਫਿਰ ਇਹਨਾਂ ਜ਼ਾਲਮਾਂ ਵਰਗੀ ਹਾਲਤ ਹੈ, ਬਾਹਰੋਂ ਭਾਵੇਂ ਜੋ ਮਰਜ਼ੀ ਸਰੂਪ ਬਣਾਇਆ ਹੋਇਆ। ਇਹ ਪ੍ਰਿਥੀ ਚੰਦ ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਹੋਇਆ ਕਿ ਜਾਣੋ ਇਹਨੂੰ ਇਉਂ ਹੋਇਆ ਵੀ ਗੁਰਿਆਈ ਮਿਲ ਗਈ, ਅੱਜ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਆ। ਅਬ ਮੇਰੋ ਦੇ ਕਾਮ ਬਨਾਈ। ਤੇ ਹੁਣ ਮੇਰਾ ਕੰਮ ਜਿਹੜਾ ਹੈ ਇਹ ਬਣਾ ਦੇਣਗੇ, ਭਾਵ ਸੁਲਹੀ ਖਾਨ ਮੇਰਾ ਕੰਮ ਜਿਹੜਾ ਬਣਾ ਦੇਵੇਗਾ ਗੁਰਤਾ ਗੱਦੀ ਦੇ ਉੱਪਰ ਬੈਠਣ ਦਾ। ਸਗਲ ਭਾਤ ਕੀ ਠਾਨ ਸਤਿਆਰੀ। ਫਿਰ ਸਾਰੇ ਤਰੀਕਿਆਂ ਨਾਲ ਪ੍ਰਿਥੀ ਚੰਦ ਬੜੇ ਚਾਅ ਨਾਲ ਸੁਲਹੀ ਖਾਨ ਦੀ ਆਓ ਭਗਤ ਕਰਨ ਲਈ ਤਿਆਰੀ ਕਰਨ ਲੱਗ ਪਿਆ। ਤ੍ਰਿਣ ਅਰ ਅੰਨ ਸੰਚ ਕਰ ਭਾਰੀ। ਤੇ ਘੋੜਿਆਂ ਵਾਸਤੇ ਘਾਹ ਇਕੱਠਾ ਕਰਨ ਵਿੱਚ ਲੱਗ ਗਿਆ, ਤੇ ਛਕਣ ਛਕਾਉਣ ਨੂੰ ਅੰਨ ਆਦਿਕ ਭੋਜਨ ਸੁੱਕੀ ਰਸਤ। ਕਿ ਹੁਣ ਕਿਉਂਕਿ ਵੇਖੋ ਇੱਛਾ ਹੈ ਗੁਰੂ ਬਣਨ ਦੀ, ਤੇ ਖੁਸ਼ਾਮਦੀ ਮੁਗਲ ਦਾ ਹੋ ਰਿਹਾ। ਗੁਰੂ ਘਰ ਦੇ ਅੰਦਰ ਜਨਮ ਲੈ ਕੇ ਵੀ ਸੱਚੇ ਪਾਤਸ਼ਾਹ ਦੀ ਸਿੱਖਿਆ ਤੋਂ ਕੋਹਾਂ ਦੂਰ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਤਿਹਾਸ ਦਾ ਜ਼ਿਕਰ ਹੈ ਕਿ ਜਦੋਂ ਧੀਰਮਲ ਦਾ ਜਨਮ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਿਆ ਵੀ ਸਿੱਖੋ ਇਹ ਤਾਇਆ ਜੀ ਆ ਗਏ, ਫਿਰ ਹੁਣ ਵੀ ਕੋਈ ਕਸਰ ਨਹੀਂ ਛੱਡੀ ਸਤਿਗੁਰੂ ਜੀ ਨਾਲ ਵੈਰ ਕਰਨ ਦੀ। ਤੇ ਇਹ ਪ੍ਰਿਥੀ ਚੰਦ ਹੁਣ ਘੋੜਿਆਂ ਲਈ ਕਹਿੰਦਾ ਕੱਖ ਇਕੱਠਾ ਕਰੋ, ਕਿੱਦਾਂ ਉਹਦੇ ਅੱਗੇ ਹੋ ਕਰਕੇ ਹੁਣ ਇਹਨੇ ਜੀ ਹਜ਼ੂਰੀ ਕਰਨੀ ਹੈ। ਗੁਰੂਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕੇਵਲ ਤੇ ਕੇਵਲ ਆਪਣੇ ਸਿੱਖ ਨੂੰ ਵੀ ਕਿਹਾ ਕਿ ਨਿਰੰਕਾਰ ਦੇ ਅੱਗੇ ਝੁਕਣਾ, ਕਿਸੇ ਸੰਸਾਰੀ ਸ਼ਕਤੀ ਦੇ ਅੱਗੇ ਝੁਕਣਾ ਨਹੀਂ। ਇਹ ਸੱਚੇ ਪਾਤਸ਼ਾਹ ਨੇ ਸਵੈਮਾਨ ਬਖਸ਼ਿਸ਼ ਕੀਤਾ ਹੈ, ਪਰ ਉਹਨੂੰ ਕੋਈ ਹੈ ਹੀ ਨਹੀਂ, ਤੇ ਇਹਨਾਂ ਚੀਜ਼ਾਂ ਦੇ ਇਕੱਠਿਆਂ ਕਰਨ ਵਿੱਚ ਲੱਗ ਗਿਆ ਹੈ। ਜਿਵੇਂ ਅੱਗੇ ਕਥਾ ਆਵੇਗੀ, ਕੱਲ ਨੂੰ ਸ਼ਾਮ ਦੀ ਹਾਜ਼ਰੀ ਭਰ ਕੇ ਆਪ ਜੀ ਤੋਂ ਵਿਦਾਇਗੀ ਲਵਾਂਗੇ। ਮਹਾਰਾਜ ਜੀ ਨੇ ਕਿਰਪਾ ਕੀਤੀ 2 ਦਿਨ ਦੀ ਆਪ ਜੀ ਦੇ ਦਰਸ਼ਨਾਂ ਦਾ ਸੁਭਾਗ ਬਖਸ਼ਿਆ। ਕੱਲ ਦੀ ਸਵੇਰ ਦੀ ਵੀ ਹਾਜ਼ਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪਣੇ ਚਰਨਾਂ ਦੀ ਪ੍ਰੀਤ ਗਰੀਬ ਨਵਾਜ ਬਖਸ਼ਿਸ਼ ਕਰਨ। ਸਤਿਗੁਰੂ ਜੀ ਦੀ ਅੰਮ੍ਰਿਤ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸਗਲ ਭਾਤ ਕੀ ਠਾਨ ਸਤਿਆਰੀ। ਤ੍ਰਿਣ ਅਰ ਅੰਨ ਸੰਚ ਕਰ ਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्ब मैं दुख भंजन गुण
हे संगी हे निरंकार हे निर्गुण सब ਏਕ हे गोबिंद हे गुण निधान जाकै सदा ਏਕ हे अपरंपर हर हरे हह पी होवन ਹਾਰ हे संत कै सदा संग निधारा ਆਧਾਰ हे ठाकुर हाँ दास रो मैं निर्गुण गुण नहीं ਹੋਏ नानक दीजै नाम दान राखो हियै ਪਰੋਏ आए प्रभ शरणागति कृपा निध ਹਾਲ एक अखर हर मन बस्त नानक होत ਹਾਲ वाहिगुरु नाम जहाज है चढ़े सो उतरे ਪਾਰ जो शरधा कर सेम दे गुर पार उतारन ਹਾਰ जो शरधा कर सेम दे गुर पार उतारन ਹਾਰ वाहिगुरु जी का खालसा वाहिगुरु जी की फतेह। ਕੈਮਰੇ ਫੋਟੋ ਨਾ ਆ ਜਾਏ ਕਿਤੇ।
ਕਰਿਓ ਭਾਜੀ ਅੱਗੇ ਹੈਲੋ 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 ਕਿਹਨੂੰ ਕਰਦੇ ਤੇਜ਼ ਕਰ ਦਿਓ ਸਾਹਿਬ ਜੀਓ ਮਹਾਰਾਜ ਗੁਰੂ ਸਾਹਿਬ ਜੀਓ ਮਹਾਰਾਜ ਗੁਰੂ